ਗੁਰਬਾਣੀ 'ਚੋਂ ਨਾ ਜੋ ਸੀ ਸਾਨੂੰ ਮੈਸੇਜ ਸੰਦੇਸ਼ ਜੋ ਵੀ ਮਿਲਦਾ ਹੈ, ਕੋਸ਼ਿਸ਼ ਹੁੰਦੀ ਹੈ ਕਿ ਉਹਦੀ ਜਿਤਨੀ ਕੁ ਸਮਝ ਆਉਂਦੀ ਹੈ ਉਹ ਸ਼ੇਅਰ ਕਰਕੇ ਸਾਂਝ ਕਰਦੀ ਹੈ। ਅਤੇ ਉਹਦੇ ਵਿੱਚ ਹੀ ਇਹੋ ਜਿਹਾ ਟੌਪਿਕ ਅੱਜ ਮੇਰੇ ਧਿਆਨ 'ਚ ਆਇਆ, ਮੈਂ ਕਿਹਾ ਤੁਹਾਡੇ ਨਾਲ ਉਹ ਸਾਂਝ ਕਰੀਏ। ਉਹ ਸਭ ਦੇ ਨਾਲ ਰਿਲੇਟਿਡ ਹੈਗਾ ਉਹ, ਔਰ ਸਾਡੇ ਆਪਣੇ ਜੀਵਨ ਦੇ ਇੱਕ ਇੱਕ ਪਲ ਦੇ ਨਾਲ ਜੰਮਣ ਤੋਂ ਲੈ ਕੇ ਅਖੀਰ ਤੱਕ ਉਹ ਸਿਚੁਏਸ਼ਨ ਸਾਡੇ ਨਾਲ ਰਿਲੇਟ ਹੁੰਦੀ ਹੈ। ਅਤੇ ਉਹ ਉਸੀ ਗੱਲਾਂ 'ਤੇ ਵਿਚਾਰ ਕਰੀਏ। ਇੱਕ ਵਾਰੀ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਟੌਪਿਕ ਦੀ, ਜਿਸ ਸ਼ਬਦ ਦੀ ਅੱਜ ਗੱਲ ਕਰਾਂਗੇ, ਉਹ ਹੈਗਾ ਸਾਡੇ ਜ਼ਿੰਦਗੀ ਦੇ ਦੁੱਖ ਅਤੇ ਸੁੱਖ। ਹਰ ਇਨਸਾਨ ਦੇ ਨਾਲ ਇਹ ਚਮੜੇ ਹੋਏ ਨੇ, ਇਹਦੇ ਨਾਲ ਲੱਗੇ ਹੋਏ ਨੇ, ਔਰ ਜੰਮਣ ਤੋਂ ਲੈ ਕੇ ਅਖੀਰ ਪੂਰਾ ਜੀਵਨ ਜਿਹੜਾ ਨਾ ਇਹਨਾਂ ਵਿੱਚ ਹੀ ਰਹਿੰਦਾ ਇਨਸਾਨ। ਔਰ ਜਦੋਂ ਤੋਂ ਹੋਸ਼ ਸੰਭਾਲਦਾ ਨਾ, ਜਦੋਂ ਤੋਂ ਸਮਝੋ ਜੰਮਦਾ ਹੀ ਹੈ, ਪੈਦਾ ਹੀ ਹੁੰਦਾ, ਅਤੇ ਉਹਦੇ ਸੁੱਖ ਦੇ ਸਾਧਨ ਜਿਹੜੇ ਨੇ ਉਹ ਮੁਹੱਈਆ ਉਹਦੇ ਜਨਮ ਤੋਂ ਪਹਿਲੇ ਹੀ ਸ਼ੁਰੂ ਹੋ ਜਾਂਦੇ ਨੇ ਬੱਚੇ ਦੇ, ਕਿ ਇਹਦੇ ਆਏ ਜੰਮੇ ਪੈਦਾ ਹੋਏ ਅਤੇ ਇਹਦੇ ਸੁੱਖ ਦੇ ਸਾਧਨ ਅਸੀਂ ਪਹਿਲੇ ਜਿਹੜੇ ਨੇ ਉਹ ਤਿਆਰ ਕਰਕੇ ਰੱਖੀਏ। ਉਹਦੇ ਘਰ ਵਾਲੇ, ਪਰਿਵਾਰ ਵਾਲੇ, ਉਹ ਜਿਉਂ ਉਹਨੂੰ ਸੋਝੀ ਆਉਂਦੀ ਹੈ ਤਿਉਂ ਉਹਦੀ ਦੌੜ ਫਿਰ ਹੋਰ ਅਤੇ ਹੋਰ ਇਕੱਠੇ ਕਰਨ ਦੇ ਲੱਗੀ ਰਹਿੰਦੀ ਹੈ ਕਿ ਮੈਂ ਸੁੱਖ ਦੇ ਸਾਧਨ ਕਿਸ ਤਰ੍ਹਾਂ ਇਕੱਠੇ ਕਰਾਂ, ਕਿਹੜੇ ਮਤਲਬ ਅਵੇਲੇਬਿਲਿਟੀ ਹੈਗੀ ਹੈ। ਪਰ ਸਾਰੀ ਕੋਸ਼ਿਸ਼ਾਂ, ਸਾਰੇ ਐਫਰਟਸ, ਸਾਰੀਆਂ ਮਿਹਨਤਾਂ ਦੇ ਬਾਵਜੂਦ ਈਚ ਇੰਡੀਵਿਜੂਅਲ ਆਪਣੇ ਆਪ ਨੂੰ ਇਹ ਮਤਲਬ ਫਰੋਲ ਕੇ ਦੇਖ ਲਿਆ, ਅੰਦਰੋਂ ਸੁੱਖ ਮਿਲਦਾ ਨਹੀਂ ਹੈ। ਲੇਕਿਨ ਉਹ ਠੀਕ ਹੈ, ਹੁਣ ਹਰ ਇੱਕ ਦੇ ਆਪਣੇ ਵੱਖਰੇ ਪ੍ਰੋਬਲਮਸ ਨੇ, ਆਪਣੀ ਵੱਖਰੀਆਂ ਜਿਹੜੀਆਂ ਉਹਨੂੰ ਅਸੀਂ ਟੈਨਸ਼ਨ ਕਹਿ ਦਿੰਦੇ ਹਾਂ, ਪ੍ਰੋਬਲਮਸ ਕਹਿ ਦਿੰਦੇ ਹਾਂ, ਦੁੱਖ ਕਹਿ ਦਿੰਦੇ ਹਾਂ, ਤਕਲੀਫਾਂ ਕਹਿ ਦਿੰਦੇ ਹਾਂ, ਕਸ਼ਟ ਹੁੰਦਾ, ਬੜੇ ਸਾਰੇ ਵਰਡਸ ਹੈਗੇ ਨੇ। ਉਹ ਸਾਰਿਆਂ ਦੇ ਆਪਣੇ ਵੱਖਰੇ ਨੇ। ਈਚ ਇੰਡੀਵਿਜੂਅਲ ਦੇ ਆਪਣੀ ਹੀ ਦੁਨੀਆ, ਆਪਣਾ ਹੀ ਉਹਦਾ ਵੱਖਰਾ ਹੀ ਇੱਕ ਹਿਸਾਬ ਕਿਤਾਬ ਹੈਗਾ, ਉਹਦੇ ਵੱਖਰੇ ਹੀ ਦੁੱਖ ਪ੍ਰੋਬਲਮਸ ਹੋਣਗੀਆਂ। ਪਰ ਜਿਹਦੇ ਨਾਲ ਵੀ ਤੁਸੀਂ ਗੱਲ ਕਰੋ, ਸੁਣਾਉਂਦੇ ਨੇ ਕਿਸ ਪੈ ਖੋਲੂ ਗੰਟੜੀ ਦੁਖੀ ਭਰਿਆ ਆਇਆ, ਉਹ ਹਰ ਇੱਕ ਦੀਆਂ ਆਪਣੀਆਂ ਪ੍ਰੋਬਲਮਸ ਹੈਗੀਆਂ। ਔਰ ਲੇਕਿਨ ਜ਼ਿੰਦਗੀ ਹੈ, ਲਾਈਫ ਹੈ, ਅਤੇ ਇਹ ਚਲਦੀਆਂ ਹੀ ਰਹਿਣਗੀਆਂ। ਇਹ ਹੋ ਨਹੀਂ ਸਕਦਾ ਕਿ ਜ਼ਿੰਦਗੀ ਬੰਦਾ ਜੀ ਰਿਹਾ ਹੋਵੇ ਔਰ ਇਹ ਪ੍ਰੋਬਲਮਸ ਜਿਹੜੀਆਂ ਉਹਦੇ ਅੱਗੇ ਨਾ ਆਉਣ। ਇਹ ਪੋਸੀਬਲ ਹੀ ਨਹੀਂ ਹੈ। ਪੀਰ ਫਕੀਰ ਗੁਰੂ ਜਿੰਨੇ ਵੀ ਹੋਏ ਨੇ, ਸਾਰਿਆਂ ਦੇ ਅੱਗੇ ਜ਼ਿੰਦਗੀ ਦੀ ਪ੍ਰੋਬਲਮਸ ਆਈਆਂ ਹੀ ਆਈਆਂ। ਗੱਲ ਹੋਏ ਕਿ ਅਸੀਂ ਫਿਰ ਕਿਸ ਤਰ੍ਹਾਂ ਫੇਸ ਕੀਤੀਆਂ ਔਰ ਕਿਸ ਤਰ੍ਹਾਂ ਉਹਦੇ 'ਚੋਂ ਨਿਕਲੇ ਹਾਂ ਔਰ ਕੀ ਸਾਡੇ 'ਤੇ ਬੀਤੀ ਹੈ, ਇਹ ਦੇਖਣ ਵਾਲੀ ਗੱਲ ਹੈ ਬਸ। ਔਰ ਉਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੂੰ ਕਿਸ ਤਰ੍ਹਾਂ ਫੇਸ ਕਰਨਾ ਹੈ, ਕਿਸ ਤਰ੍ਹਾਂ ਗੁਰਬਾਣੀ ਸਾਨੂੰ ਕੀ ਸੇਧ ਦਿੰਦੀ ਉਹਦੇ ਬਾਰੇ, ਉਹ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਅੱਜ ਸਾਂਝ ਕਰਾਂਗੇ। ਸੋ ਇੱਕ ਸ਼ਬਦ ਦਾ ਅਸੀਂ ਜ਼ਰੂਰ ਉਹਦੇ 'ਚੋਂ ਟੇਕ ਲਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਦਾ ਉਚਾਰਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ ਨੰਬਰ 633 ਨੰਬਰ 'ਤੇ ਇਹ ਸ਼ਬਦ ਜਿਹੜਾ ਹੈ ਸੁਭਾਇਮਾਨ ਹੈ। ਸੋਰਠ ਮਹਿਲਾ 9ਵਾਂ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ ਰਹਾਓ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੇ ਨਾਹਿਨ, ਤੈ ਕਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਸੋ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੋਰਠ ਰਾਗ ਦੇ ਵਿੱਚ ਉਚਾਰਿਆ ਹੋਇਆ ਸ਼ਬਦ ਹੈ। ਸ਼ਬਦ ਦੀ ਜਿਹੜੀ ਰਹਾਓ ਦੀ ਪੰਕਤੀ ਉਹ ਹੈ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇ ਅਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸੋ ਇਹ ਇਸ ਢੰਗ ਦੇ ਨਾਲ ਅਸੀਂ ਇਹ ਸ਼ਬਦ ਤੇ ਅਸੀਂ ਕਈ ਵਾਰੀ ਸੁਣਿਆ ਹੋਵੇਗਾ। ਗੁਰਬਾਣੀ ਦੇ ਬੜੇ ਸਾਰੇ ਸ਼ਬਦ, ਕੀਰਤਨ ਦਰਬਾਰ ਹੁੰਦੇ ਨੇ, ਹੋਰ TV ਰੇਡੀਓ ਬੜੇ ਸਾਰੇ ਸਾਡੇ ਕੋਲ ਸੋਰਸਿਸ ਹੈਗੇ ਨੇ। ਸ਼ਬਦ ਬਹੁਤ ਸਾਰੇ ਚੱਲਦੇ ਨੇ, ਪਾਠ ਕੀਰਤਨ ਕਥਾ ਵਿਚਾਰਾ ਬਹੁਤ ਕੁਛ ਹੁੰਦੀਆਂ। ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ, ਜਾਂ ਗੁਰੂ ਗ੍ਰੰਥ ਸਾਹਿਬ ਨੂੰ ਨਾ ਗਿਆਨ ਦੇ ਰੂਪ 'ਚ ਅਸੀਂ ਨਹੀਂ ਦੇਖਿਆ।
ਕਿ ਇਹਦੇ ਵਿੱਚੋਂ ਗਿਆਨ ਮਿਲਣਾ। ਇਹ ਬੜੀ ਸਾਡੇ ਵਿੱਚ ਨਾ ਇੱਕ ਬਹੁਤ ਜਿਹੜੀ ਗਿਰਾਵਟ ਦੀ ਗੱਲ ਹੈ ਨਾ, ਉਹ ਇੱਥੋਂ ਸ਼ੁਰੂ ਹੋਈ ਹੈ। ਅਸੀਂ ਕੇਵਲ ਤੇ ਕੇਵਲ ਮੱਥਾ ਟੇਕਣਾ, ਪੂਜਾ ਕਰਨੀ, ਉਹਦੇ ਅੱਗੇ ਅਰਦਾਸਾਂ ਕਰਨੀਆਂ, ਸਾਡੀ ਕੋਈ ਮੰਗ ਪੂਰੀ ਡਿਮਾਂਡ ਹੈਗੀ ਉਹ ਉੱਥੇ ਆ ਕੇ ਪੂਰੀ ਹੋ ਜਾਏ, ਬਸ ਸਾਡਾ ਦਿਮਾਗ, ਸਾਡੀ ਸੋਚ, ਸਾਡੀ ਜਿਤਨੀ ਵੀ ਸਾਨੂੰ ਸਮਝਾਇਆ ਗਿਆ ਨਾ, ਜਿਤਨਾ ਵੀ ਜੋ ਕੁਝ ਦੱਸਿਆ ਗਿਆ ਜਾਂ ਜਿਸ ਪਾਸੇ ਸਾਨੂੰ ਲਾ ਦਿੱਤਾ ਗਿਆ, ਉਹ ਅਸੀਂ ਪੁਆਇੰਟ ਦੇ ਉੱਤੇ ਹੀ ਰਿਹਾ। ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗਿਆਨ ਰੂਪ ਦੇ ਵਿੱਚ ਨਹੀਂ ਸਾਨੂੰ ਸਮਝਾਇਆ ਗਿਆ ਕਿ ਇਹਦੇ ਵਿੱਚੋਂ ਇਹ ਨੌਲੇਜ ਮਿਲਦੀ ਹੈ, ਗਿਆਨ ਮਿਲਦਾ ਇਸ ਤਰ੍ਹਾਂ, ਇਹ ਤੁਹਾਨੂੰ ਜ਼ਿੰਦਗੀ ਦੇ ਚਾਹੇ ਸੁਖਾਲੀ ਹੋਏਗੀ ਤੁਹਾਡੀ, ਇਹ ਪੜ੍ਹ ਕੇ ਜਾਂ ਸਮਝ ਕੇ। ਇਸ ਢੰਗ ਦੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਦੀ ਸਾਨੂੰ ਉਹ ਟੈਕਨੀਕ ਦੱਸੀ ਨਹੀਂ ਗਈ, ਸਾਨੂੰ ਸਿਰਫ ਇੰਨਾ ਹੀ ਦੱਸਿਆ ਗਿਆ। ਸੋ ਅੱਜ ਜਿਹੜੀ ਹੈ ਨਾ, ਅੱਜ ਇਹ ਗੱਲ ਅਸੀਂ ਸਮਝਾਂਗੇ, ਜਿਸ ਤਰ੍ਹਾਂ ਕਿ ਦੁੱਖ ਸੁੱਖ ਕੀ ਹੈ, ਉਹਦੇ ਵਿੱਚੋਂ ਸਾਨੂੰ ਕੀ ਸੇਧ ਮਿਲਦੀ ਹੈ ਬਾਣੀ 'ਚੋਂ। ਔਰ ਬਾਣੀ ਦੀ ਸੇਧ ਦਾ ਮਤਲਬ ਹੈਗਾ ਕਿ ਉਹ ਕੁਛ ਹਾਈਟ 'ਤੇ ਚੜ੍ਹ ਕੇ, ਕੁਛ ਸਾਡਾ ਜੀਵਨ ਦੀ ਉਸ ਆਤਮਕ ਉਚਾਈ 'ਤੇ ਜਾ ਕੇ, ਜਿਸ ਤਰ੍ਹਾਂ ਫਰੀਦ ਸਾਹਿਬ ਦਾ ਹੁੰਦਾ ਨਾ ਸ਼ਲੋਕ ਹੈਗਾ, ਫਰੀਦ ਜਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਉੱਚੇ ਚੜ੍ਹ ਕੇ ਦੇਖਿਆ। ਉੱਚੇ ਚੜ੍ਹ ਕੇ ਕਿਸੇ ਮਕਾਨ ਦੇ ਉੱਚੇ ਚੜ੍ਹ ਕੇ ਨਹੀਂ, ਉੱਚੇ ਮਤਲਬ ਆਤਮਕ ਤੌਰ 'ਤੇ ਜਦੋਂ ਉੱਚਾ ਉੱਠਿਆ ਮੈਂ, ਤਾਂ ਘਰ ਘਰ ਰਿਹਾ ਤਾਂ ਪਤਾ ਚੱਲਦਾ ਵੀ ਕੀ ਹੈਗਾ। ਸੋ ਉਹ ਉੱਚੇ ਚੜ੍ਹ ਕੇ ਅੱਜ ਦੇਖਣ ਦੀ ਕੋਸ਼ਿਸ਼ ਕਰਾਂਗੇ ਅਸੀਂ ਕਿ ਵੀ ਕੀ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ। ਸੋ ਸ਼ਬਦ ਦੀ ਵੀ ਅਸੀਂ ਵਿਚਾਰ ਕਰਾਂਗੇ, ਲੇਕਿਨ ਕੁਛ ਆਪਣੀ ਇਸ ਬੇਸਿਕ ਗੱਲ ਨੂੰ ਪਹਿਲੇ ਸਮਝੀਏ ਕਿ ਜਿਹਨੂੰ ਸਿਚੁਏਸ਼ਨਸ ਨੂੰ, ਜਿਹੜੇ ਕਾਰਨਾਂ ਨੂੰ, ਜਿਹੜੇ ਹਾਲਾਤਾਂ ਨੂੰ ਅਸੀਂ ਦੁੱਖ ਸਮਝਦੇ ਹਾਂ, ਕਿਆ ਉਹ ਐਕਚੁਅਲ ਦੇ ਵਿੱਚ ਦੁੱਖ ਹੈ ਨੇ, ਜਾਂ ਸਾਡੀ ਹੀ ਬਣਾਈ ਹੋਈ ਕੋਈ ਇਮੈਜਿਨਰੀ ਚੀਜ਼ ਹੈਗੀ ਹੈ। ਜ਼ਿਆਦਾਤਰ ਅਸੀਂ ਦੇਖਾਂਗੇ ਕਿ ਉਹ ਸਾਡੀ ਹੀ ਕੋਈ ਚੀਜ਼ ਜਦ ਬਣਾਈ, ਅਸੀਂ ਹੀ ਕੁਝ ਸੋਚ ਕੇ ਬੈਠੇ ਹੋਏ ਸੀ ਜਾਂ ਕੁਝ ਸੋਚ ਕੇ ਬੈਠੇ ਹੋਏ ਹਾਂ, ਉਹ ਸਾਡੀ ਕੰਪਲੀਟ ਨਹੀਂ ਹੋ ਰਹੀ ਜਾਂ ਸਾਡੇ ਮੁਤਾਬਿਕ ਕੰਪਲੀਟ ਨਹੀਂ ਹੋਈ, ਜਾਂ ਸਾਨੂੰ ਉਸ ਤਰੀਕੇ ਦੇ ਨਾਲ ਸਿਚੁਏਸ਼ਨ ਨਹੀਂ ਮਿਲੀ, ਉਹ ਸਾਡੀ ਦੁੱਖ ਦਾ ਕਾਰਨ ਬਣ ਗਿਆ। ਉਹ ਕ੍ਰੀਏਸ਼ਨ ਸਾਡੀ ਹੁੰਦੀ ਹੈ ਕਿਤੇ, ਜ਼ਿਆਦਾਤਰ ਸਿਚੁਏਸ਼ਨ ਦੇ ਵਿੱਚ ਅਸੀਂ ਇਹ ਦੇਖਦੇ ਹਾਂ। ਔਰ ਜਦੋਂ ਅਸੀਂ ਜਿੱਥੇ ਸਾਨੂੰ ਸਾਡੀ ਪਹੁੰਚ, ਸਾਡੇ ਮਨ ਮੁਤਾਬਿਕ, ਸਾਡੀ ਇੱਛਾ ਮੁਤਾਬਿਕ ਉਹ ਚੀਜ਼ਾਂ ਕੰਪਲੀਟ ਹੁੰਦੀਆਂ ਜਾਂਦੀਆਂ, ਮਿਲਦਾ ਜਾਂਦਾ, ਹੁੰਦਾ ਜਾਂਦਾ, ਅਸੀਂ ਉਹਨੂੰ ਸੁੱਖ ਸਮਝ ਲੈਂਦੇ ਹਾਂ। ਹੁੰਦਾ ਸਾਡਾ ਹੀ ਹੈ ਉਹ, ਮਤਲਬ ਸੁੱਖ ਦੁੱਖ ਇਸ ਮਨ ਕੀ ਬਿਰਥਾ ਹੁੰਦੀ, ਮਨ ਦੀ ਸਾਰੀ ਬਿਰਥਾ, ਜਿਹੜੀ ਮਨ ਦੀ ਸਾਰੀ ਜਿਹੜੀ ਸੋਚ ਹੈਗੀ ਹੈ। ਸੋ ਜਦੋਂ ਇਹ ਮਨ ਦੀ ਬਿਰਥਾ, ਇਸ ਕਰਕੇ ਨਾ ਅਸੀਂ ਪਹਿਲੇ ਗੱਲ ਕੀਤੀ ਨਾ ਕਿ ਗੁਰਬਾਣੀ ਨੂੰ ਉਸ ਕਦੀ ਗਿਆਨ ਦੇ ਰੂਪ 'ਚ ਨਹੀਂ ਵਰਤਿਆ, ਇਸ ਕਰਕੇ ਨਾ ਸਾਨੂੰ ਉਹ ਸ਼ਬਦ ਬੜੇ ਸੋਹਣੇ ਲੱਗਦੇ ਨੇ, ਬੜੇ ਸਾਨੂੰ ਨਾ ਸ਼ਬਦਾਂ ਦੇ ਵਿੱਚ ਬਾਰ-ਬਾਰ ਸੁਣਨ ਤੋਂ ਮਨ ਕਰਦਾ। ਅਸੀਂ ਪੜ੍ਹਦੇ ਹਾਂ ਜਿਸ ਤਰ੍ਹਾਂ ਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੋਈ ਦੇਵੇ, ਸਾਨੂੰ ਬੜਾ ਚੰਗਾ ਲੱਗਦਾ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਹੋ ਜਿਹੇ ਸ਼ਬਦ ਜਿਹੜੇ ਨਾ, ਬਸ ਜਿਹਦੇ ਸਾਨੂੰ ਕੁਝ ਸਾਡੇ ਮਨ ਦੀ ਜਿਹੜੀ ਉਹ ਅਲਾਈਨਮੈਂਟ ਉੱਥੇ ਸ਼ਬਦ ਦੇ ਨਾਲ, ਉਸ ਸ਼ਬਦ ਦੇ ਨਾਲ ਵੀ ਨਹੀਂ, ਉਸ ਪਰਟੀਕੂਲਰ ਪੰਕਤੀ ਦੇ ਨਾਲ। ਉਹ ਪੂਰਾ ਸ਼ਬਦ ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਨਾ ਕੀ ਹੋਇਆ। ਜੇ ਜੋ ਮੰਗੇ ਠਾਕੁਰ ਆਪਣੇ ਤੇ ਉਹ ਕੰਠ ਲਾਏ ਅਵਗੁਣ ਸਭ ਮੇਟੇ ਵਾਲੀ ਗੱਲ ਤੇ ਸਾਨੂੰ ਪਤਾ ਨਹੀਂ ਚੱਲਦੀ, ਉੱਥੇ ਤੱਕ ਪਹੁੰਚਦੇ ਹੀ ਨਹੀਂ ਨਾ ਅਸੀਂ ਤਾਂ ਸਾਨੂੰ ਤੇ ਸਿਰਫ ਇੰਨਾ ਹੀ ਸਮਝ ਆਉਂਦਾ, ਉਹੀ ਲਾਈਨ ਸਮਝ ਆਉਂਦੀ ਹੈ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹੇ। ਅਸੀਂ ਉਹਨੂੰ ਵੀ ਸਮਝ ਚੁੱਕੇ ਹਾਂ ਅਸੀਂ ਕਿ ਕਿਆ ਨਹੀਂ ਕਰਤੇ ਰਹੇ ਦਾ ਕੀ ਅਰਥ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਸਾਨੂੰ ਬੜੀਆਂ ਮਤਲਬ ਅੰਦਰੋਂ ਲੁਭਾਵਣੀਆਂ ਲੱਗਦੀਆਂ ਸਾਨੂੰ। ਇਹ ਸ਼ਬਦ ਜਿਹੜੇ ਸਾਨੂੰ ਬੜੇ ਅਟਰੈਕਟ ਕਰਦੇ ਨੇ। ਔਰ ਜਿਤਨੇ ਵੀ ਸਾਡੇ ਸੁੱਖ ਨੇ, ਜਿਹਨੂੰ ਅਸੀਂ ਸੁੱਖ ਮੰਨ ਕੇ ਬੈਠੇ ਹੋਏ ਹਾਂ, ਉਹ ਨਿਰਭਰ ਕਰਦਾ ਹੈ ਆਊਟਸਾਈਡ ਦੀ ਜਿਤਨੀਆਂ ਵੀ ਚੀਜ਼ਾਂ ਹੈਗੀਆਂ, ਸਿਚੁਏਸ਼ਨ, ਆਊਟਸਾਈਡ ਦੇ ਜਿਤਨੇ ਵੀ ਪਦਾਰਥ, ਆਊਟਸਾਈਡ ਦੇ ਜਿਤਨੀ ਵੀ ਅਵੇਲੇਬਿਲਿਟੀਜ਼ ਹੈਗੀਆਂ, ਜੋ ਸੋਰਸਿਸ ਹੈਗੇ ਨੇ, ਉਹਦੇ 'ਤੇ ਸਾਰੀ ਡਿਪੈਂਡੈਂਸੀ ਸਾਡੀ ਉਹਦੇ 'ਤੇ ਹੈਗੀ ਹੈ। ਸੋ ਜਿਤਨਾ ਅਸੀਂ ਉਸ ਦੌੜ ਦੇ ਵਿੱਚ ਲੱਗੇ ਰਹਿੰਦੇ ਹਾਂ, ਉਸ ਮਤਲਬ ਸੁੱਖ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਦੇ ਵਿੱਚ ਸਾਨੂੰ ਇਹੀ ਹੁੰਦਾ ਕਿ ਇਹ ਜਿਤਨੀ ਅਵੇਲੇਬਿਲਿਟੀ ਹੈ, ਜਿਤਨੀ ਮੈਕਸੀਮਮ ਅਵੇਲੇਬਿਲਿਟੀ ਸੋਰਸਿਸ ਨੇ ਜਾਂ ਜੋ ਵੀ ਸਾਧਨ ਨੇ, ਇਹ ਜਿਤਨੇ ਜ਼ਿਆਦਾ ਤੋਂ ਜ਼ਿਆਦਾ ਅਵੇਲ ਹੋ ਸਕਣ, ਮੈਨੂੰ ਮਿਲ ਸਕਣਗੇ, ਇਤਨਾ ਹੀ ਜ਼ਿਆਦਾ ਮੈਂ ਸੁਖੀ ਹੋ ਜਾਵਾਂਗਾ। ਇਹ ਇੱਕ ਸੋਚ, ਇੱਕ ਥਾਟ ਬਣੀ ਹੋਈ ਹੈ, ਔਰ ਉਹਦੇ ਪਿੱਛੇ ਸਾਡੀ ਜਿਹੜੀ ਹੈ ਦੌੜ ਲੱਗੀ ਰਹਿੰਦੀ ਹੈ। ਔਰ
ਸਾਰੀ ਦੌੜ ਜਿਹੜੀ ਹੁੰਦੀ ਹੈ ਉਹ ਜਿਸ ਤਰ੍ਹਾਂ ਪਹਿਲੀ ਗੱਲ ਕੀਤੀ ਨਾ, ਸਾਰੀ ਦੌੜ ਸਾਡੀ ਉਸ ਸੁੱਖਾਂ ਨੂੰ ਪ੍ਰਾਪਤ ਕਰਨ ਵਾਸਤੇ, ਉਸ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਲੱਗੀ ਰਹਿੰਦੀ ਹੈ, ਪਰ ਫਿਰ ਵੀ ਉਨੀ ਦੌੜ ਲਾਉਣ ਦੇ ਬਾਵਜੂਦ ਵੀ ਉਹ ਸੁੱਖ ਜਿਹਨੂੰ ਅਸੀਂ ਲੱਭਦੇ ਰਹਿੰਦੇ ਹਾਂ ਉਹ ਮਿਲਦਾ ਨਹੀਂ ਹੈ। ਔਰ ਜ਼ਿੰਦਗੀ ਜਿਹੜੀ ਹੈ ਨਾ, ਅਸੀਂ ਸਾਰੀ ਜ਼ਿੰਦਗੀ ਸਾਰੀ ਜਿਹੜੀ ਸਾਡੀ ਹੋਲ ਲਾਈਫ ਦਾ ਜਿਹੜਾ ਪੀਰੀਅਡ ਹੈ ਉਹ ਅਸੀਂ ਕੋਈ ਜੀਵਨ ਲੱਭਦੇ ਰਹਿੰਦੇ ਹਾਂ, ਮਤਲਬ ਕੋਈ ਜ਼ਿੰਦਗੀ ਲੱਭਦੇ ਰਹਿੰਦੇ ਹਾਂ ਉਹਦੇ ਵਿੱਚੋਂ, ਲੇਕਿਨ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਲੰਬੀ ਮੌਤ ਬਣ ਜਾਂਦੀ ਹੈ। ਮੌਤ ਤੇ ਪਤਾ ਨਹੀਂ ਕਦੋਂ ਆਏਗੀ। ਸਾਰੀ ਜ਼ਿੰਦਗੀ ਹੀ ਸਾਡੀ ਮਤਲਬ ਲੰਬੀ ਮੌਤ ਜਿਹਨੂੰ ਕਹਿੰਦੇ ਨਾ, ਉਹ ਬਣ ਕੇ ਸਾਡੀ ਰਹਿ ਜਾਂਦੀ ਹੈ। ਸਾਡੀ ਹਾਲਾਤ ਨੇ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਦੇ। ਉਹ ਕਿਉਂਕਿ ਕਾਰਨ ਉਹਦਾ ਸਭ ਤੋਂ ਵੱਡਾ ਹੈ ਕਿ ਜਿਤਨੇ ਵੀ ਸੁੱਖ ਦੇ ਮਟੀਰੀਅਲਿਸਟਿਕ ਜਾਂ ਜਿਤਨੀਆਂ ਵੀ ਚੀਜ਼ਾਂ ਸਾਧਨ ਨੇ ਨਾ, ਜੋ ਅਵੇਲੇਬਿਲਟੀਜ਼ ਹੈਗੀਆਂ, ਨਵੀਆਂ ਚੀਜ਼ਾਂ ਇਜਾਦ ਹੁੰਦੀਆਂ ਰਹਿੰਦੀਆਂ, ਸਾਨੂੰ ਉਹਦੇ 'ਤੇ ਲੱਗਾ ਰਹਿੰਦਾ, ਸਾਡੀ ਡਿਪੈਂਡੈਂਸੀ ਉਹਦੇ 'ਤੇ ਬਣਦੀ ਰਹਿੰਦੀ ਹੈ। ਅੱਜ ਤੋਂ 10-15-20 ਸਾਲ ਪਹਿਲੇ ਮੋਬਾਈਲ ਨਹੀਂ ਸੀ ਹੁੰਦੇ ਅਤੇ ਸਾਡੀ ਡਿਪੈਂਡੈਂਸੀ ਮੋਬਾਈਲ 'ਤੇ ਬਿਲਕੁਲ ਨਹੀਂ ਸੀ ਹੈਗੀ, ਸਾਨੂੰ ਪਤਾ ਵੀ ਨਹੀਂ ਸੀ, ਸਾਨੂੰ ਕੋਈ ਲੋੜ ਵੀ ਨਹੀਂ ਸੀ। ਅੱਜ ਮੋਬਾਈਲ ਦੀ ਸਾਡੇ 'ਤੇ ਮਤਲਬ ਬਿਲਕੁਲ ਸਾਨੂੰ ਉਹਦੇ ਬਗੈਰ ਗੁਜ਼ਾਰਾ ਹੀ ਨਹੀਂ ਸਾਡਾ। ਔਰ ਜਿਉਂ ਨਵੀਂ ਟੈਕਨੋਲੋਜੀ ਉਹਦੇ 'ਚ ਐਡ ਹੁੰਦੀ ਰਹਿੰਦੀ ਹੈ, ਤਿਉਂ ਡਿਪੈਂਡੈਂਸੀ ਉਸ ਟੈਕਨੋਲੋਜੀ ਵਾਸਤੇ ਵੀ ਵੱਧਦੀ ਪਈ ਹੈ। ਔਰ ਸਾਰੀ ਜਿਹੜੀ ਦੌੜ ਹੈ ਨਾ, ਉਹ ਸਰੀਰ ਦੀ ਜਿਹੜੀ ਸੁੱਖ ਦੇ ਸਾਧਨ ਨੇ ਨਾ, ਉਹ ਸਾਡੇ ਜੋੜਨ ਵਾਸਤੇ ਲੱਗੇ ਰਹਿੰਦੇ ਨੇ। ਲੇਕਿਨ ਪ੍ਰੋਬਲਮ ਹੈ ਕਿ ਜਿਉਂ ਸਾਡਾ ਸਰੀਰ ਕਮਜ਼ੋਰ ਹੁੰਦਾ, ਪਹਿਲੇ ਤਾਂ ਸੁੱਖ ਦੇ ਸਾਧਨ ਅਸੀਂ ਜੋੜਦੇ ਰਹਿੰਦੇ ਹਾਂ, ਇਕੱਠੇ ਕਰਦੇ ਰਹਿੰਦੇ ਹਾਂ। ਉਸ ਤੋਂ ਬਾਅਦ ਉਹ ਸਰੀਰ ਕਮਜ਼ੋਰ ਹੋਣ ਦੇ ਕਰਕੇ ਜਿਹੜੇ ਸੁੱਖ ਦੇ ਸਾਧਨ ਮੌਜੂਦ ਹੁੰਦੇ ਹੋਏ ਵੀ ਅਸੀਂ ਇਹਨੂੰ ਇੰਜੋਏ ਨਹੀਂ ਕਰ ਸਕਦੇ। ਇਹ ਬੜੀ ਆਮ ਰੋਜ਼ਮਰਾ ਦੀ ਜ਼ਿੰਦਗੀ ਦੀ ਹਰ ਇੱਕ ਦੀ ਕਹਾਣੀ ਹੈ। ਔਰ ਇੱਕ ਦਿਨ ਸਰੀਰ ਖਤਮ ਹੁੰਦਾ, ਸਰੀਰ ਦੇ ਖਤਮ ਹੋਣ ਦੇ ਨਾਲ ਹੀ ਸਾਰੇ ਸਾਧਨ ਵੀ ਖਤਮ, ਕੁਛ ਨਹੀਂ ਫਾਇਦਾ ਉਹਦਾ। ਸੋ ਇਹ ਨਹੀਂ ਹੈਗਾ ਕਿ ਦੁੱਖ ਨਹੀਂ ਆਉਣਗੇ। ਜੇ ਪਾਣੀ ਜਹਾਜ਼ ਦੇ ਵਿੱਚ ਪਾਣੀ ਚੱਲਦਾ ਪਿਆ ਨਾ, ਕਿਸ਼ਤੀ ਚੱਲਦੀ ਪਈ ਹੈ, ਤੇ ਕਿਸ਼ਤੀ ਨੂੰ ਥਪੇੜੇ ਲੱਗਣੇ ਹੀ ਲੱਗਣੇ ਨੇ। ਹੋ ਨਹੀਂ ਸਕਦਾ ਕਿ ਲਹਿਰਾਂ ਉਹਦੇ ਨਾਲ ਟਕਰਾਉਣ, ਪੋਸੀਬਲ ਹੀ ਨਹੀਂ। ਸੋ ਇਹ ਜ਼ਿੰਦਗੀ ਦਾ ਇੱਕ ਪੱਖ ਹੈ ਬੜਾ ਵੱਡਾ। ਲੇਕਿਨ ਜੋ ਗੁਰਬਾਣੀ ਦੇ ਵਿੱਚ ਹੁਣ ਸਾਨੂੰ ਰਹਾਓ ਦੀ ਪੰਕਤੀ ਦੇ ਵਿੱਚ ਨਾ ਇੱਕ ਬੜਾ ਹੀ ਕਮਾਲ ਦਾ ਇੱਕ ਜਿਹੜਾ ਮੈਸੇਜ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਥਪੇੜੇ ਲੱਗਣਗੇ, ਲਹਿਰਾਂ ਉੱਠਣਗੀਆਂ, ਪ੍ਰੋਬਲਮਸ ਆਉਣਗੀਆਂ, ਤਕਲੀਫਾਂ ਹੋ ਹੀ ਨਹੀਂ ਸਕਦਾ ਨਾ ਆਉਣ, ਪਰ ਜੋ ਨਰ ਦੁੱਖ ਹੈ ਪਰ ਮੈਂ ਮੰਨਦਾ ਨਹੀਂ, ਮਨ ਹੈ, ਮੈਂ ਨਹੀਂ ਮੰਨਦਾ। ਸੋ ਇਹ ਬੜਾ ਵੱਡਾ ਮੈਸੇਜ ਹੈ ਸਾਡੇ ਵਾਸਤੇ, ਸਾਰਿਆਂ ਵਾਸਤੇ। ਸੁਖ ਸਨੈ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ। ਬੜਾ ਹੀ ਮਤਲਬ ਸਾਡੇ ਕੋਲ ਤਾਂ ਖੈਰ ਐਗਜ਼ਾਮਪਲ ਗੁਰੂ ਸਾਹਿਬਾਂ ਦੇ ਹੋਣਗੇ। ਜੇ ਅਸੀਂ ਆਪਣੇ ਪ੍ਰੋਬਲਮਸ ਨੂੰ, ਆਪਣੇ ਦੁੱਖਾਂ ਨੂੰ ਇੱਕ ਲਿਸਟ ਬਣਾ ਲਈਏ ਨਾ, ਲਿਖ ਕੇ ਜਾਂ ਸੋਚ ਕੇ, ਤੇ ਉਹਦੇ ਕੰਪੈਰੀਜ਼ਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਪ੍ਰੋਬਲਮਸ ਨੂੰ ਅਸੀਂ ਲਿਸਟ ਬਣਾਈਏ, ਕੁਛ ਵੀ ਨਹੀਂ ਹੈਗੇ ਸਾਡੇ। ਪਰ ਜਿਹੜੀ ਗੁਰਬਾਣੀ ਦੀ ਜਿਹੜੀ ਗੱਲ ਨੂੰ ਪ੍ਰੈਕਟੀਕਲ ਉਹਨਾਂ ਨੇ ਕਰਕੇ ਦਿਖਾਇਆ, ਉਹ ਦੇਖੋ, ਜੀਵਨ ਜੀਣਾ ਔਰ ਜੀਵਨ ਨੂੰ ਜਾਣਨਾ ਬਹੁਤ ਵੱਖਰੀਆਂ ਚੀਜ਼ਾਂ ਹੈਗੀਆਂ। ਅਸੀਂ ਜੀ ਰਹੇ ਹਾਂ, ਜਾਣ ਨਹੀਂ ਰਹੇ। ਸੋ ਇਹ ਗੁਰਬਾਣੀ ਨੂੰ ਪ੍ਰੈਕਟੀਕਲ ਜਿਹੜੀ ਕਰਕੇ ਦਿਖਾਉਣ ਦੀ ਚੀਜ਼ ਹੈ ਨਾ, ਉਹ ਸਾਨੂੰ ਉਹਨਾਂ ਦੇ ਜੀਵਨ ਤੋਂ ਸਾਨੂੰ ਮਿਲਦੀ ਹੈ। ਇਤਿਹਾਸ ਅਸੀਂ ਸਾਰਾ ਜਾਣਦੇ ਹਾਂ। ਔਰ ਸੁਖ ਸਨੇ ਅਰ ਭੈ ਨਹੀਂ ਜਾਕੇ, ਭੈ ਸਭ ਤੋਂ ਵੱਡਾ ਦੁੱਖ ਦਾ ਕਾਰਨ ਭੈ, ਡਰ। ਅਸੀਂ ਜਿਤਨੀ ਵੀ ਸਾਡੀ ਪ੍ਰੋਬਲਮਸ ਹੈ ਨਾ, ਅਸੀਂ ਅੱਜ ਬੈਠ ਕੇ ਉਹਦੇ ਬਾਰੇ ਇੱਕ ਮਿੰਟ ਵਾਸਤੇ ਸੋਚੀਏ ਕਿ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਕੀ ਮੈਂ ਸਮਝ ਰਿਹਾ, ਤੇ ਉਹ ਪ੍ਰੋਬਲਮ ਐਸੀ ਹੋਏਗੀ ਜਿਹੜੀ ਸਾਡੇ ਸਾਹਮਣੇ ਹਜੇ ਇਮੀਡੀਏਟ ਆਈ ਨਹੀਂ ਹੈ। ਉਹਦੇ ਆਉਣ ਦਾ ਡਰ ਹੈ, ਆ ਨਾ ਜਾਏ, ਇਹ ਹੋ ਨਾ ਜਾਏ, ਉਹ ਬੜਾ ਡਰਾਉਂਦਾ ਸਾਨੂੰ। ਬਸ ਉਹ ਸਾਡਾ ਦੁੱਖ ਦਾ ਕਾਰਨ ਉਹ ਪ੍ਰੋਬਲਮ ਨਹੀਂ, ਉਹ ਪ੍ਰੋਬਲਮ ਆਉਣ ਦਾ ਡਰ ਜਿਹੜਾ ਨਾ, ਉਹ ਸਭ ਤੋਂ ਵੱਡੇ ਦੁੱਖ ਦਾ ਕਾਰਨ ਹੈ ਸਾਡਾ। ਔਰ ਅੱਜ ਅਸੀਂ ਉਸ ਆਉਣ ਵਾਲੀ ਪ੍ਰੋਬਲਮ ਤੋਂ ਡਰ ਕੇ ਅਸੀਂ ਦੁਖੀ ਹੈਗੇ ਹਾਂ। ਲੇਕਿਨ ਅਸੀਂ ਅੱਜ ਦੀ ਡੇਟ ਤੋਂ ਪਿਛਲਾ ਸੀ ਇਤਿਹਾਸ ਆਪਣੀ ਲਾਈਫ ਦਾ ਹੀ ਦੇਖੀਏ ਕਿ ਕਿਹੜੀ ਗੱਲਾਂ ਤੋਂ ਅਸੀਂ ਡਰਦੇ ਰਹੇ ਹਾਂ। ਅਤੇ ਤੁਸੀਂ ਆਪਣੇ ਆਪ ਦੇ ਵਿੱਚ ਐਨਾਲਿਸਿਸ ਕਰਕੇ ਦੇਖਣਾ
ਘੱਟੋ ਘੱਟ 80% ਸਾਡੀਆਂ ਉਹ ਪ੍ਰੋਬਲਮਸ ਹੋਣਗੀਆਂ ਜਿਹੜੇ ਵਾਸਤੇ ਅਸੀਂ ਡਰ ਰਹੇ ਸੀ ਕਿ ਇਹ ਹੋ ਨਾ ਜਾਣ, ਹੋਈਆਂ ਹੀ ਨਹੀਂ ਸਾਡੇ ਨਾਲ, ਉਹ ਬੀਤੀਆਂ ਹੀ ਨਹੀਂ। ਅਸੀਂ ਸਾਰੀ ਜ਼ਿੰਦਗੀ ਉਹਦੇ ਝੂਲਦੇ ਰਹੇ ਕਿ ਵੀ ਇਹ ਨਾ ਹੋ ਜਾਏ ਤੇ ਇਹ ਨਾ ਹੋ ਜਾਏ, ਇਹ ਨਾ ਹੋ ਜਾਏ ਤੇ ਇੰਝ ਨਾ ਹੋ ਜਾਏ। ਉਹ ਚੀਜ਼ ਸਾਡੇ ਸਾਹਮਣੇ ਆਈ ਹੀ ਨਹੀਂ। 70-80% ਦੀ ਐਸੀਆਂ ਚੀਜ਼ਾਂ ਹੋਣਗੀਆਂ, ਔਰ ਆਉਣ ਵਾਲੇ ਚੀਜ਼ਾਂ ਵਾਸਤੇ ਫਿਰ ਅਸੀਂ ਸਾਡੀ ਪ੍ਰੈਕਟਿਸ ਹੋਈ ਚੱਲ ਰਹੀ ਕਿ ਵੀ ਇੰਝ ਹੋ ਨਾ ਜਾਏ। ਉਹੀ ਸਾਡੇ ਅੰਦਰ ਉਹ ਸੁੱਖ ਦੁੱਖ ਇਸ ਬਾਰੇ ਉਹ ਅਸੀਂ ਆਪਣੇ ਆਪ ਦੇ 'ਚ ਉਹ ਨਾ ਇੱਕ ਪ੍ਰੋਬਲਮ, ਇੱਕ ਦੁੱਖ ਬਣਾ ਕੇ ਬੈਠੇ ਹੋਏ ਹਾਂ, ਹੋ ਨਾ ਜਾਏ ਪੈ। ਸੋ ਇਸ ਪੂਰੇ ਸ਼ਬਦ ਦੇ ਵਿੱਚ ਨਾ ਸਾਡੀ ਦੁੱਖ ਦੇ ਕਾਰਨ ਔਰ ਉਹਦੇ ਸੋਲੂਸ਼ਨ ਨਾਲ ਨਾਲ ਚੱਲਦੇ ਪਏ ਨੇ। ਬੜਾ ਛੋਟਾ ਜਿਹਾ ਸ਼ਬਦ ਹੈ, ਅਸੀਂ ਬਹੁਤ ਹੀ ਕਾਮਨ ਸ਼ਬਦ ਹੈ, ਬੜੇ ਪਪੂਲਰ ਸ਼ਬਦ ਹੈ। ਸੰਗੀਤ ਕੀਰਤਨ ਵਗੈਰਾ ਜਿਹੜਾ ਸਿੱਖਦੇ ਨੇ ਉਹਨਾਂ ਦੇ ਵਿੱਚ ਬੇਸਿਕ ਸ਼ਬਦਾਂ ਦੇ ਵਿੱਚ ਸਿਖਾਇਆ ਜਾਂਦਾ ਔਰ ਸਾਡੇ ਸਭ ਯਾਦ ਵੀ ਹੈ। ਲੇਕਿਨ ਕਦੀ ਇਸ ਢੰਗ ਦੇ ਨਾਲ ਨਾ ਅਸੀਂ ਉਸ ਸ਼ਬਦ ਨੂੰ ਅਸੀਂ ਸਮਝਿਆ ਨਹੀਂ। ਹੁਣ ਇਹ ਸੋਲੂਸ਼ਨ ਜਿਹੜਾ ਨਾ ਨਾਲ ਦੇ ਨਾਲ ਪ੍ਰੋਬਲਮ ਔਰ ਨਾਲ ਦੇ ਨਾਲ ਸੋਲੂਸ਼ਨ ਮਿਲਦਾ ਪਿਆ। ਸੁਖ ਸਨੇ ਅਰ ਭੈ ਨਹੀਂ ਜਾ ਕੇ। ਜੇ ਭੈ ਹੈ ਤੇ ਦੁੱਖ ਹੈ, ਜੇ ਭੈ ਨਹੀਂ ਹੈ ਦੁੱਖ ਨਹੀਂ। ਮਤਲਬ ਦੋਨੋਂ ਨਾਲ ਨਾਲ ਪੈਰਲਲ ਚੱਲ ਰਹੇ ਨੇ ਸ਼ਬਦ ਦੇ ਵਿੱਚ। ਬੜੀ ਕਮਾਲ ਦੀ ਟੈਕਨੀਕ ਹੈ। ਕੰਚਨ ਮਾਟੀ ਮਨ ਹੈ। ਕੰਚਨ ਮਾਟੀ ਮਾਨੇ ਦਾ ਮਤਲਬ ਸਹਿਜ ਅਵਸਥਾ ਦੋਨੋਂ ਸਿਚੁਏਸ਼ਨ ਦੇ ਵਿੱਚ। ਇਹ ਰਹਾਉ ਦੀ ਪੰਕਤੀ ਹੈ। ਹੁਣ ਕਿਆ ਸਵਾਲ ਵੀ ਕਈ ਵਾਰੀ ਪੈਦਾ ਹੁੰਦਾ ਕਿ ਵੀ ਕਿਆ ਫਿਰ ਬੰਦਾ ਸੁੱਖ ਦੇ ਸਾਧਨ ਇਕੱਠੇ ਕਰਨੇ ਛੱਡ ਦੇਵੇ, ਸਹੂਲਤਾਂ ਨਾ ਇਕੱਠੀਆਂ ਕਰੇ? ਉਹ ਸਾਰੀਆਂ ਕਿਤੇ ਵੀ ਐਸਾ ਨਹੀਂ ਹੈ ਕਿ ਉਹ ਨਾ ਇਕੱਠੀਆਂ ਹੋਏ, ਨਾ ਕਰੇ ਬੰਦਾ। ਗੁਰਬਾਣੀ ਸਾਨੂੰ ਕਿਤੇ ਵੀ ਸਾਨੂੰ ਇਹ ਕਰਨ ਵਾਸਤੇ ਮਨਾ ਨਹੀਂ ਕਰਦੀ। ਲੇਕਿਨ ਸਾਨੂੰ ਜ਼ਿੰਦਗੀ ਦਾ ਇੱਕ ਟਾਰਗੇਟ ਸਾਡਾ ਪਤਾ ਹੋਣਾ ਚਾਹੀਦਾ ਵੀ ਇਹ ਨਾ ਹੋਏ ਤੇ ਫਿਰ ਕੀ ਹੋਏਗਾ, ਜੇ ਹੋ ਜਾਏ ਤੇ ਤਾਂ ਕੀ ਹੋਏਗਾ। ਔਰ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਅਸੀਂ ਪਹਿਲੇ ਗੱਲ ਕੀਤੀ ਨਾ ਕਿ ਸਾਰੇ ਸਾਡੀਆਂ ਪ੍ਰੋਬਲਮਸ ਦਾ ਬਹੁਤ ਵੱਡਾ ਕਾਰਨ ਇੱਕ ਡਰ ਹੈ ਔਰ ਇੱਕ ਬਹੁਤ ਵੱਡਾ ਹਿੱਸਾ ਉਹ ਹੈਗਾ ਕਿ ਬਈ ਦੁਨੀਆ ਦੇ ਕੋਲ ਇਹ ਚੀਜ਼ਾਂ ਹੈਗੀਆਂ ਔਰ ਮੇਰੇ ਕੋਲ ਨਹੀਂ ਹੈਗੀਆਂ। ਇਹ ਵੀ ਬੜਾ ਵੱਡਾ ਇੱਕ ਦੁੱਖ ਦਾ ਕਾਰਨ ਹੈ। ਔਰ ਸਭ ਤੋਂ ਵੱਡਾ ਜਿਹੜਾ ਅਸੀਂ ਸਾਡੇ ਆਪਣਾ ਮਨ ਦੇ ਵਿੱਚ ਵੀ ਖਿਆਲ ਆਉਂਦਾ ਹੈ ਔਰ ਅਸੀਂ ਕਹਿੰਦੇ ਵੀ ਹਾਂ, ਸੁਣਿਆ ਵੀ ਹੈ ਸੈਂਕੜੇ ਵਾਰੀ ਕਿ ਜਿਹੜੇ ਬੇਈਮਾਨੀ ਕਰਦੇ ਨੇ, ਜਿਹੜੇ ਪਾਪੀ ਨੇ, ਜਿਹੜੇ ਮਾੜੇ ਕੰਮ ਕਰਦੇ ਨੇ ਉਹ ਬੜੇ ਸੁਖੀ ਨੇ। ਚੰਗੇ ਕੰਮ ਕਰਨ ਵਾਲੇ ਤਾਂ ਦੁਖੀ ਰਹਿੰਦੇ ਨੇ। ਇਹ ਬੜੀ ਕਾਮਨ ਇੱਕ ਸਟੇਟਮੈਂਟ ਹੈਗੀ ਹੈ। ਜਿੰਨੇ ਇਹ ਬੇਈਮਾਨੀ ਕਰਦੇ ਨੇ, ਜਿੰਨੇ ਇਸ ਤਰ੍ਹਾਂ ਦਾ ਪੈਸਾ ਇਕੱਠਾ ਕਰਦੇ ਨੇ, ਪਾਪਾਂ ਦਾ ਪੈਸਾ ਇਕੱਠਾ ਕਰਦੇ ਨੇ ਜਾਂ ਕਰਪਸ਼ਨ ਦਾ ਪੈਸਾ ਇਕੱਠਾ ਕਰਦੇ ਨੇ ਜਾਂ ਹੋਰ ਕਿਸੇ ਤਰੀਕੇ ਨਾਲ ਮਾਰ ਲਿਆ ਕਿਸੇ ਦਾ ਜਾਂ ਕਿਸੇ ਦਾ ਹੱਕ ਖੋਹ ਲਿਆ ਜਾਂ ਕੁਛ ਵੀ ਕਰ ਲਿਆ, ਉਹ ਬੜੇ ਸੁਖੀ ਨੇ ਹੱਕ ਖੋਹ ਕੇ। ਪਰ ਜੇ ਇਹਨੂੰ ਧਿਆਨ ਨਾਲ ਸਮਝੀਏ ਨਾ, ਕਦੀ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਇਹ ਸਮਝਦੇ ਹਾਂ ਕਿ ਬੜੇ ਸੁਖੀ ਨੇ ਕਿਸੇ ਦਾ ਹੱਕ ਮਾਰ ਕੇ, ਕਿਸੇ ਨੂੰ ਤਕਲੀਫ ਦੇ ਕੇ, ਕੋਈ ਪਾਪ ਕਰਕੇ, ਸਾਨੂੰ ਸ਼ਾਇਦ ਉੱਤੋਂ ਨਜ਼ਰ ਆਉਂਦਾ। ਕਦੀ ਸਾਨੂੰ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੀ ਗਹਿਰਾਈ ਦੇ ਵਿੱਚ ਜਾ ਕੇ ਬੈਠਣ ਦਾ ਮੌਕਾ ਸਾਨੂੰ ਸ਼ਾਇਦ ਨਾ ਮਿਲਿਆ ਹੋਵੇ। ਅਸੀਂ ਉੱਤਲੇ ਬਾਹਰ ਲਈ ਉਹ ਦੇਖਦੇ ਹਾਂ ਖੂਬਸੂਰਤੀ ਉਹਨਾਂ ਦੀ, ਗੱਡੀ ਵਧੀਆ, ਮਕਾਨ ਵਧੀਆ, ਕੋਠੀਆਂ ਬੜੀਆਂ ਵਧੀਆ ਬਣੀਆਂ ਹੋਈਆਂ, ਬੜੇ ਧਨਾੜ ਨੇ, ਪੈਸਾ ਆ ਰਿਹਾ, ਸਭ ਚੀਜ਼ਾਂ ਸਹੂਲਤਾਂ ਅਵੇਲੇਬਲ ਨੇ। ਸ਼ਾਇਦ ਉਹਨਾਂ ਦੇ ਅੰਦਰ ਬੈਠ ਕੇ, ਨਾਲ ਬੈਠ ਕੇ, ਹੁਣ ਜਿਸ ਪਾਪ ਨੂੰ ਕਰਕੇ ਉਸਨੇ ਪੈਸਾ ਧਨ ਇਕੱਠਾ ਕੀਤਾ ਨਾ, ਉਸ ਪਾਪ ਨੂੰ ਕਰਨ ਦੀ ਜਿਹੜੀ ਤਕਲੀਫ ਹੈ ਨਾ, ਜੋ ਉਹਨੇ ਝੱਲੀ ਹੈ, ਉਹ ਉਹਨੂੰ ਹੀ ਪਤਾ ਹੈ, ਉਹ ਸਾਨੂੰ ਨਹੀਂ ਪਤਾ। ਪਤਾ ਨਹੀਂ ਕਿਤਨੀ ਆਤਮਾ ਨੂੰ ਮਾਰ ਕੇ ਉਹ ਕੰਮ ਕਰਨਾ ਪੈਂਦਾ। ਐਵੇਂ ਨਹੀਂ ਹੁੰਦਾ। ਜਿਸ ਸਾਡੇ 'ਚ ਹਿੰਮਤ ਹੈ ਉਹ ਆਤਮਾ ਨੂੰ ਮਾਰਨ ਦੀ, ਅਸੀਂ ਵੀ ਕਰ ਸਕਦੇ ਹਾਂ। ਜੇ ਉਸਨੇ ਉਸ ਤਕਲੀਫ ਨੂੰ ਝੱਲ ਕੇ ਉਹ ਸੁੱਖ ਪ੍ਰਾਪਤ ਕੀਤਾ, ਉਹ ਜਦੋਂ ਅਸੀਂ ਸੁੱਖ ਮੰਨਦੇ ਪਏ ਹਾਂ। ਬੜੀ ਸਧਾਰਨ ਗੱਲ ਨਹੀਂ ਹੈਗੀ। ਤੇ ਜੇ ਉਸਨੇ ਉਸ ਤਕਲੀਫ ਨੂੰ, ਇੰਨੀ ਤਕਲੀਫ ਨੂੰ ਝੱਲ ਕੇ ਜੇ ਉਹ ਕੋਈ ਚੀਜ਼ ਨੂੰ ਇੰਜੋਏ ਕਰ ਰਿਹਾ, ਤੇ ਫਿਰ ਇਹ ਉਹਦੀ ਆਪਣੀ ਸੋਚ ਹੈਗੀ ਹੈ। ਜਾਂ ਅਗਰ ਦੋਨਾਂ ਪਾਸੇ ਦੀ
ਚੀਜ਼ਾਂ ਤਾਂ ਨਹੀਂ ਮਿਲ ਸਕਦੀਆਂ। ਜੇ ਅਸੀਂ ਕਹੀਏ ਕਿ ਹਾਂ ਵੀ ਉਸ ਆਤਮਾ ਮਾਰਨ ਦਾ ਅਸੀਂ ਸੁੱਖ ਵੀ ਲਈਏ ਤੇ ਚੀਜ਼ਾਂ ਵੀ ਭੋਗੀਏ, ਦੋਨੋਂ ਚੀਜ਼ਾਂ ਇਕੱਠੀਆਂ ਮਿਲਦੀਆਂ ਬਹੁਤ ਘੱਟ ਨੇ, ਮਿਲਦੀਆਂ ਨਹੀਂ। ਫਰੀਦ ਸਾਹਿਬ ਦਾ ਸ਼ਲੋਕ ਹੈ, ਵੈਸੇ ਤਾਂ ਨਾ ਜਿੰਨੇ ਵੀ ਇਹ ਸ਼ਲੋਕ ਅਸੀਂ ਕਈ ਵਾਰੀ ਗੱਲ ਕੀਤੀ ਹੈ ਫਰੀਦ ਸਾਹਿਬ ਦੇ, ਕਬੀਰ ਸਾਹਿਬ ਦੇ ਸ਼ਲੋਕ, ਜਿਹੜੀ ਲੜੀ ਹੈ ਨਾ, ਉਹ ਲੜੀ ਵਾਰ ਨੂੰ ਅਸੀਂ ਪੜ੍ਹਾਂਗੇ ਨਾ ਤੇ ਸਾਨੂੰ ਇੱਕ ਗੱਲ ਸਮਝ ਆਉਂਦੀ ਰਹੀ ਹੈ। ਫਰੀਦ ਸਾਹਿਬ ਦਾ ਸ਼ਲੋਕ ਹੈ ਨਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਦੁੱਧ। ਹੁਣ ਇਹਨੂੰ ਪਤਾ ਕਿਸ ਤਰ੍ਹਾਂ ਇਹਦੇ ਵਿੱਚ ਵੀ ਕਹਾਣੀ ਬਣਾ ਦਿੱਤੀ ਕਿ ਬਈ ਸਾਰੀਆਂ ਮਿੱਠੀਆਂ ਵਸਤੂਆਂ ਨੇ, ਜਿਹੜਾ ਰੱਬ ਦਾ ਨਾਮ ਲੈਂਦਾ ਨਾ ਉਹਦੇ ਮੂੰਹ 'ਚ ਨਾ ਮਿਠਾਸ ਆ ਜਾਂਦੀ ਹੈ, ਇਸ ਤੋਂ ਵੀ ਮਿੱਠੀ ਮਿਠਾਸ, ਮਤਲਬ ਇਸ ਤਰ੍ਹਾਂ ਦੀ ਗੱਲਾਂ ਬਣਾਈਆਂ ਹੋਈਆਂ ਸਨ। ਪਰ ਫਰੀਦ ਸਾਹਿਬ ਦਾ ਸ਼ਲੋਕ ਉਹਨੂੰ ਧਿਆਨ ਨਾਲ ਦੇਖੀਏ, ਫਰੀਦਾ ਉਹ ਮਿੱਠੀਆਂ ਚੀਜ਼ਾਂ ਦੇ ਨਾਂ ਦੱਸੇ ਨੇ। ਫਰੀਦਾ ਸ਼ੱਕਰ ਖੰਡ ਨਿਵਾਤ ਮਿਸ਼ਰੀ ਗੁੜ ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ। ਹੁਣ ਇਹ ਜਿਹੜੀਆਂ ਮਿੱਠੀਆਂ ਵਸਤੂਆਂ ਨੇ ਨਾ, ਇਹ ਜਿਤਨੀਆਂ ਵੀ ਚੀਜ਼ਾਂ ਦੇ ਨਾਮ ਲਏ ਨੇ, ਇਹ ਇੱਕ ਸਿਰਫ ਸਿੰਬੋਲਕ ਨੇ। ਇਹ ਜਿਹੜੇ ਬੇਈਮਾਨੀ ਕਰਨ ਵਾਲੇ ਦੇ ਘਰ ਸ਼ਾਇਦ ਜ਼ਿਆਦਾ ਹੀ ਹੋਣਾ, ਸ਼ਾਇਦ ਉਸ ਤੋਂ ਜ਼ਿਆਦਾ ਹੋਣਗੀਆਂ ਚੀਜ਼ਾਂ, ਲੇਕਿਨ ਜਿਹੜੀ ਤਕਲੀਫ ਦੇ ਵਿੱਚੋਂ ਨਿਕਲਿਆ ਨਾ, ਉਸ ਤਕਲੀਫ ਨੂੰ ਉਹ ਬੰਦਾ ਨਹੀਂ ਜਾਣਦਾ ਜਿਹੜਾ ਕਿ ਇਹ ਕਿਸ ਆਤਮਕ ਨੂੰ ਮੌਤ 'ਤੇ ਮਰ ਕੇ ਇਹ ਚੀਜ਼ਾਂ ਇਕੱਠੀਆਂ ਹੋਈਆਂ। ਹੁਣ ਅਗਲਾ ਸ਼ਲੋਕ ਹੈ ਨਾ, ਜਿਹੜਾ ਅਗਲੇ ਸ਼ਲੋਕ ਤੋਂ ਗੱਲ ਕਰੀਏ, ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਭਾਵੇਂ ਰੋਟੀ ਕਾਠ ਦੀ ਹੈ, ਸੁੱਕੀ ਰੋਟੀ ਕਾਠ ਦੀ ਹੈ, ਖਾਣ ਨੂੰ ਨਾਲ ਸਬਜ਼ੀ ਲੂਣ ਨਹੀਂ ਹੈਗੀ, ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀਆਂ ਘਣੇ ਸਹਿਣਗੇ ਦੁੱਖ। ਉਹ ਜਿਹੜੀ ਆਤਮਕ ਮੌਤ 'ਤੇ ਮਰ ਕੇ ਜਿਹੜਾ ਦੁੱਖ ਸਹਿ ਕੇ ਆਏ ਨੇ ਨਾ, ਉਹ ਸਹਿਣੇ ਪੈਣਗੇ, ਉਹ ਆਤਮਕ ਨੂੰ ਮਾਰਨ ਦੇ ਦੁੱਖ ਸਹਿਣੇ ਪੈਣਗੇ। ਔਰ ਫਿਰ ਅਗਲੀ ਗੱਲ ਆਪਣੇ ਵਾਸਤੇ ਕਹਿੰਦੇ, ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ, ਦੇਖ ਪਰ ਆਈ ਚੋਪੜੀ ਨਾ ਤਰਸਾਏ ਜੀ। ਜੇ ਉਹ ਚੋਪੜੀ ਦੇਖ ਕੇ ਤੂੰ ਨਾ ਤਰਸ, ਜੇ ਤੂੰ ਚੋਪੜੀ ਖਾਣੀ ਹੈ ਤੇ ਤੈਨੂੰ ਵੀ ਉਹ ਤਕਲੀਫ ਚੋਂ ਨਿਕਲਣਾ ਪੈਣਾ ਹੈ। ਘਣੇ ਸਹਿਣਗੇ ਦੁੱਖ, ਜਿਹੜੇ ਉਹ ਆਤਮਕ ਮੌਤ ਮਰਨ ਦੇ ਦੁੱਖ ਜਿਹੜੇ ਨੇ ਨਾ, ਉਹ ਸਹਿਣੇ ਪੈਣਗੇ। ਮੈਂ ਇਹ ਕੁਝ ਦਿਨ ਪਹਿਲੇ ਦੀ ਗੱਲ ਹੈ, ਸਾਡੇ ਤੁਸੀਂ ਸਾਰੇ ਜਾਣਦੇ ਹੋ, ਕਮੇਟੀ ਦੇ ਬਹੁਤ ਜਿਹੜੇ ਨਾਮੀ ਗ੍ਰਾਮੀ ਬੰਦੇ ਜਿਨ੍ਹਾਂ 'ਤੇ ਇਲਜ਼ਾਮ ਲੱਗਿਆ ਪੈਸੇ ਖਾਣ ਦਾ, ਉਹਨਾਂ ਨਾਲ ਮੇਰੀ ਗੱਲ ਇਹ ਕਹਿੰਦੇ, ਮੈਂ ਪਤਾ ਨਹੀਂ ਜੀ ਕਿਸ ਤਰ੍ਹਾਂ ਰਿਹਾ। ਇਹ ਲਫ਼ਜ਼ ਨੇ, ਪੈਸੇ ਦੀ ਕਮੀ ਨਹੀਂ ਹੈ, ਧਨਾੜ ਪਤਾ ਨਹੀਂ ਅੰਤ ਨਹੀਂ ਹੋਣਾ, ਪਤਾ ਨਹੀਂ ਕਿੰਨਾ ਪੈਸਾ। ਔਰ ਲਫ਼ਜ਼ ਨੇ ਕਹਿੰਦੇ, ਮੈਂ ਅੱਜ ਮੇਰਾ ਦਿਮਾਗ ਇਤਨਾ ਪਜ਼ਲ ਹੋਇਆ ਪਿਆ, ਇਤਨਾ ਮੈਂ ਟੈਂਸਡ ਹੈਗਾ ਕਿ ਮੇਰੇ ਤੇ ਕੋਈ ਚੋਰੀ ਦਾ ਜਾਂ ਗਲਤ ਇਲਜ਼ਾਮ ਲੱਗ ਗਿਆ, ਮੈਂ ਜੀ ਕਿਉਂ ਰਿਹਾ। ਉਹ ਜਿਹੜਾ ਤਕਲੀਫ ਹੈ ਨਾ, ਉਹ ਹੀ ਜਾਣਦਾ। ਦੇਖ ਪਰਾਈ ਚੋਪੜੀ ਨਾ ਤਰਸਾਏ ਜੀ। ਸੋ ਇਹ ਸਾਰੀ ਗੱਲਾਂ ਜਿਹੜੀਆਂ ਜਦੋਂ ਤੱਕ ਸਮਝਾਂਗੇ ਨਾ, ਤਾਂ ਸਾਨੂੰ ਪਤਾ ਲੱਗੇਗਾ ਕਿ ਗੁਰਬਾਣੀ ਜਦੋਂ ਸਾਨੂੰ ਕਹਿੰਦੀ ਹੈ, ਸੋ ਸੁਖ ਮੋਕੋ ਸੰਤ ਬਤਾਵੋ ਤਿਸਨਾ ਬੂਝੈ ਮਨ ਤ੍ਰਿਪਤਾਓ। ਜੇ ਮਨ ਤ੍ਰਿਪਤ ਨਹੀਂ ਹੈ ਨਾ, ਫਿਰ ਇਹ ਬਾਰ-ਬਾਰ ਇਹ ਮੌਤ ਮਰਨੀ ਪਏਗੀ, ਇਹ ਦੁੱਖ ਸਹਿਣਾ ਹੀ ਪਏਗਾ। ਮਤ ਸਮਝੀਏ ਕਿ ਹਾਂ ਬਈ ਕੋਈ ਬਹੁਤ ਇਹ ਚੀਜ਼ਾਂ ਇਕੱਠੀਆਂ ਕਰਕੇ ਸੁਖੀ ਹੈ, ਲੇਕਿਨ ਬਸ ਉਹ ਇਹ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਇਹ ਭੁੱਖ ਜਿਹੜੀ ਜਦ ਤੱਕ ਨਹੀਂ ਉਤਰੀ ਨਾ, ਤਦ ਤੱਕ ਸੁੱਖ ਨਹੀਂ ਹੈ। ਪਦਾਰਥ ਹੈ ਨੇ ਨਹੀਂ, ਉਹਦੀ ਕੋਈ ਗੱਲ ਨਹੀਂ ਚੱਲ ਰਹੀ। ਹੋਣੇ ਕੋਈ ਮਾੜੇ ਨਹੀਂ ਹੈ, ਜਿੰਨੇ ਮਰਜ਼ੀ ਬੰਦਾ ਆਪਣਾ ਮਿਹਨਤ ਕਰੇ, ਇਕੱਠੇ ਕਰੇ, ਇੰਜੋਏ ਕਰੇ, ਉਹਦੀ ਕੋਈ ਨਾ ਨਹੀਂ ਹੈ। ਲੇਕਿਨ ਭੁੱਖ ਉਤਰ ਜਾਣੀ ਹੈ ਬੜਾ ਵੱਡਾ ਅਚੀਵਮੈਂਟ ਹੈ, ਉਸ ਤੋਂ ਵੱਡੀ। ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ।
देखो नाल दोनों पैरलल गल्लां चल रही, न निंदिया न उस्तत। जे निंदिया हो गई दुख, जे उस्तत ना हुई दुख, यह भी दुख है। मैं गया जी, मेरे को मैंने पूछा ही नहीं किसी ने, मेरी बात ही नहीं पूछी, सानू रोटी नहीं पूछी किसी ने। मतलब ऐसे पता नहीं कितने ही गल्लां रोज़ दी बरादी साड़ी लाइफ दे बड़ा वड्डा दुख है। होर कोई दुख नहीं है ने, सारी जिंदगी यही लोगों के झूरते रहते हैं कि मेरी निंदिया हो गई, मैनू किसी ने माड़ा कह दिता, या मेरी किसी ने इज्जत नहीं की। सारी जिंदगी इसी दुख च पिया रहता बंदा, सारी जिंदगी बीत जाती है। हुण लिस्ट हैगी है पूरी, न निंदिया न उस्तत जाके लोभ मोह अभिमाना। हुण निंदा उस्तत लोभ मोह अभिमान सारे दुख के कारण। इन्हों पकड़ के रखे या रखो, दुख दे पिया रहेगा, इन्हों छड़ दो, दुखों चो निकल गए। नाल सलूशन ने, नाल प्रॉब्लम है, नाल सलूशन चल रहा है। हरख सोगते रहे नियारो, ना है मान अपमाना। हुण हरख कोई चीज़ मिल गई, खुशी, सोग कोई चीज़ चली गई, यही प्रॉब्लम, यही है और की है। हुण इन्हां चों निकल गया, हरख सोगते रहे नियारो, बैलेंस लाइफ। मतलब और वैसे आम जिंदगी च देख लीए ना, जदों दुख होंदा, जदों साडे ते कोई प्रॉब्लम आती है, नो डाउट उस टाइम जिहड़ा हैगा एक चोट लगती है ना, तो दर्द तो होंदा ही है, ये तो कोई अछूता रहिंदा नहीं। किन्नी देर चो बैलेंस होंदा वखरी गल है, कोई 5 मिनट च हो जाता है, कोई 5 घंटे च होंदा है, कोई 5 साल च होंदा है, तो कोई सालों साल लग जाते, नहीं हो पाता। सट लगती है तो जरूर दर्द होती है, लेकिन उसनूं ते वो तो साडे हाथ च नहीं हैगी। लेकिन मैनूं लगता है कि जदों साडी जिसनूं असीं खुशी कहते हैं ना, जिसनूं असीं खेड़ा कहते हैं, जिसनूं हरख कहते हैं, उदों साडे हत्थ च जरूर होंदा कि असीं बैलेंस रख पाईए अपने आप च। सानूं कोई प्राप्ति हो गई है, घर च विआह आया तो साडे 15-15 दिन ढोल ही नहीं बंद होंदे, लोगों के पहले ही शुरू हो जाते हैं। भाई कोई तकलीफ आई है उदों तो एकदम चोट लगे, लेकिन जदों खुशी के वेले तो जरूर अपने आप को बैलेंस रखना। लेकिन जो खुशी वेले बैलेंस रखना सीख जाता है ना, दुख वेले भी बैलेंस करना आ जाता है। और जितने ढोल टमके करते हैं ना किसी खुशी वेले, दुख वेले उन्नी झकाड़ा मार देना। यह भी जिंदगी का बड़ा बड़ा उसूल है। दुख दी चीकां उन्नियां ज़्यादा निकलदियां जिन्हां ने हरख वेले बहुत ज़्यादा ढोल टमके किए होण, क्योंकि बैलेंस करना नहीं आता होंदा लाइफ दे। क्योंकि हुणे गल कर रहे सी इंद्रपाल सिंह जी कि इन्हां वर्गे सियाणे बंदे उन्होंने आंदे लफज किया 1-2 बारी पहले भी इन्होंने, और मैनू फिर किसी ने कहा भी कितने बैठे सी उत्थे भी इस तरह किसी ने लफज किया ही, तो मैनू किसी ने कहा जी है तुसीं ना कोई कहंदा ना तो कन्न बंद कर लिया करो। मैं क्या मैनू ना कन्न बंद करना ही नहीं पैंदे, ना माड़े वेले ना चंगे वेले, पता नहीं हुण सुनदा भी नहीं हूँ। जो कोई माड़ा जिन्होंने अज क्या ना बड़े वधिया ने, हो सकता कल सानू माड़ा भी कहते होण, तो जे अज कन्न बंद करांगे तो फिर कल की करांगे, तो जे उधर साइड तो बंद करांगे दूजी बारी दोनों साइडों तो बंद ही ने, करने ही नहीं पैंदे हुण बंद। इस तरह हथ रख के बंद नहीं करने पैंदे, अंदर जाता ही नहीं कुछ। ना है मान अपमाना, बस मान अपमान साडे दुख का कारण है। मान मिल गया सुख, अपमान मिल गया दुख। पिछे ना मैं किसी गल सुन लिया सी, ब्याह होया लड़के का 4-5 साल हो गए ब्याह में, और 5 साल बाद कितने मैरिज एनिवर्सरी से सस सहुरिया ने उन्होंने मैसेज नहीं किया, फोन नहीं किया जी हैप्पी एनिवर्सरी। वो इतना बड़ा इशू उन्होंने घर दे विच बनया
ਕਿ ਤੁਸੀਂ ਮੇਰੀ ਐਨਵਰਸਰੀ ਕਿਸ ਤਰ੍ਹਾਂ ਭੁੱਲ ਗਏ, ਤੁਸੀਂ ਮਤਲਬ ਹੋ ਕਿਸ ਤਰ੍ਹਾਂ ਗਿਆ, ਪਿਛਲੇ ਸਾਲ ਤੱਕ ਤੁਸੀਂ ਕੇਕ ਲਿਆਂਦੇ ਸੀ, ਹੁਣ ਕੀ ਹੋ ਗਿਆ? ਉਹ ਕਹਿੰਦੇ ਜੀ ਨਹੀਂ ਯਾਦ ਰਿਹਾ ਸਾਨੂੰ, ਘਰ ਦੇ ਵਿੱਚ ਕੋਈ ਸਾਡੇ ਕੁਝ ਹੋਰ ਦਿੱਕਤ ਸੀ ਕੋਈ। ਕਹਿੰਦੇ ਇਹ ਕਿਸ ਤਰ੍ਹਾਂ ਹੋ ਸਕਦਾ? ਇਹ ਬੜਾ ਵੱਡਾ ਇਸ਼ੂ ਬਣ ਗਿਆ ਉਹਨਾਂ ਦੇ ਘਰ ਦੇ ਵਿੱਚ ਕਿ ਸਾਡੇ ਕਮਾਲ ਹੋ ਗਈ ਯਾਰ, ਐਨਵਰਸਰੀ ਆ ਗਈ, ਤੁਸੀਂ ਕੋਈ ਸਾਨੂੰ ਵਿਸ਼ ਨਹੀਂ ਕੀਤਾ, ਇੱਕ ਮੈਸੇਜ ਤੱਕ ਨਹੀਂ ਕਰ ਸਕਦੇ ਤੁਸੀਂ। ਇਹ ਮਾਨ ਅਪਮਾਨ ਹੀ ਸਾਰੇ ਦੁੱਖ ਦੇ ਕਾਰਨ ਬਣ ਗਿਆ। ਸਾਰਾ ਡਿਸਟਰਬ ਹੋ ਗਿਆ, ਫੈਮਿਲੀ, ਘਰ ਪਰਿਵਾਰ ਸਾਰਾ ਡਿਸਟਰਬ ਹੋਇਆ ਇਸ ਚੱਕਰ ਦੇ ਵਿੱਚ। ਉਹ ਫਿਰ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਚੀਜ਼ਾਂ ਐਡ ਹੁੰਦੀਆਂ ਰਹਿੰਦੀਆਂ ਫਿਰ ਗੱਲਾਂ। ਸੋ ਇਹ ਬਸ ਉਹੀ ਹੈ ਨਾ, ਸਾਨੂੰ ਜਿਹੜਾ ਉਹ ਇੱਕ ਮੋਮੈਂਟਰੀ ਜਿਹੜਾ ਨਾ, ਮੋਮੈਂਟਰੀ ਬਸ ਉਹ ਚੀਜ਼ ਚਾਹੀਦੀ ਹੈ। ਹੁੰਦਾ ਕੀ, ਅਗਰ ਮੰਨ ਲਓ ਬਰਥਡੇ ਵਿਸ਼ ਕਰਦੇ, ਕੋਈ ਐਨਵਰਸਰੀ ਵਿਸ਼ ਕਰਦੇ, ਆਇਆ, ਬੜੀ ਤਿਆਰੀਆਂ ਕੀਤੀਆਂ, ਬੜਾ ਕੁਛ ਹੋਇਆ, ਇਹ ਉਹ ਸਭ ਕੁਝ ਕੀਤਾ, ਕੇਕ ਕੱਟਿਆ, ਤਾੜੀਆਂ ਵੱਜੀਆਂ, ਮੋਮਬੱਤੀਆਂ ਵਜਾਈਆਂ, ਖਾਧਾ ਪੀਤਾ, ਖਤਮ। ਲੇਕਿਨ ਬਿਨਸ ਜਾਏ ਜੋ ਨਿਮਕ ਬਣੇ ਸੋ ਅਲਪ ਸੁਖ ਭੰਨੀ ਹੈ, ਸਾਨੂੰ ਉਹ ਸੁਖ ਚਾਹੀਦਾ, ਉਹ ਅਲਪ ਸੁਖ ਭੰਨੀ ਹੈ ਸਾਨੂੰ, ਉਹ ਮੋਮੈਂਟਰੀ, ਸਾਨੂੰ ਉਹਦੇ 'ਚ ਸਾਨੂੰ ਬੜਾ ਸਵਾਦ ਆਉਂਦਾ। ਔਰ ਇਹੀ ਕਿਉਂਕਿ ਲਾਈਫ ਹੀ ਇਹੋ ਜਿਹੀ ਬਣ ਗਈ ਹੁਣ, ਸਾਡਾ ਲਾਈਫ ਸਟਾਈਲ ਇਹੋ ਜਿਹਾ ਬਣ ਗਿਆ। ਕਾਮ ਕ੍ਰੋਧ ਜੈ ਪਰਸੇ ਨਾਹੀ, ਤੈ ਕਟ ਬ੍ਰਹਮ ਨਿਵਾਸਾ, ਸੌਰੀ ਆਸਾ ਮਨਸਾ ਸਗਲ ਤੇ ਆ ਕੇ ਜਗ ਤੇ ਰਹੇ ਨਿਰਾਸਾ। ਹੁਣ ਇਹ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ। ਸਭ ਤੋਂ ਵੱਡੀ ਦੁੱਖ ਦਾ ਆਸਾ, ਮਨੋਕਾਮਨਾਵਾਂ ਤੇ ਉਮੀਦਾਂ, ਕਿਸੇ ਨਾ ਕਿਸੇ ਤੇ ਕੋਈ ਉਮੀਦ ਲਾ ਕੇ ਬੈਠਾ ਹੋਇਆ। ਇਹ ਹੋ ਜਾਏਗਾ, ਚਾਹੇ ਸਿਚੁਏਸ਼ਨ ਦੇ ਉੱਤੇ, ਚਾਹੇ ਕਿਸੇ ਬੰਦੇ ਉੱਤੇ, ਚਾਹੇ ਆਪਣੇ ਬੌਸ ਦੇ ਉੱਤੇ, ਚਾਹੇ ਆਪਣੀ ਵਾਈਫ ਦੇ ਉੱਤੇ ਕੋਈ ਉਮੀਦ ਲਾ ਕੇ ਬੈਠਾ ਹੈ, ਕੋਈ ਕਿਸੇ ਤੇ ਉਮੀਦ, ਹਰ ਇੱਕ ਦੀ ਆਪਣੀ ਆਪਣੀ ਉਹ ਡੈਸਟਨੀ ਹੈਗੀ ਹੈ। ਔਰ ਸਾਰੀ ਜਿਹੜੀ ਗੱਲ ਹੈ ਨਾ, ਅਸੀਂ ਜਿਤਨਾ ਵੀ ਅਸੀਂ ਕਰਨਾ ਸੀ ਬਾਣੀ ਨੂੰ, ਅਸੀਂ ਦੇਖੋ ਕੀਰਤਨ ਦਰਬਾਰ ਹੁੰਦੇ ਨੇ, ਨਗਰ ਕੀਰਤਨ ਹੁੰਦੇ ਨੇ। ਨਗਰ ਕੀਰਤਨ ਦਾ ਨਾ ਸਭ ਤੋਂ ਵੱਡਾ ਜਿਹੜਾ, ਪਤਾ ਨਹੀਂ ਕਿਸ ਤਰ੍ਹਾਂ ਚੱਲੀ ਰੀਤ, ਮੈਨੂੰ ਨਹੀਂ ਸਮਝ ਆਈ ਕਿੱਥੋਂ ਅੱਜ ਸ਼ੁਰੂ ਹੋਇਆ। ਅੱਜ ਤੋਂ 25-30 ਸਾਲ ਪਹਿਲੇ ਇਹਦਾ ਨਾਮ ਜਲੂਸ ਹੀ ਹੁੰਦਾ ਸੀ। ਹੁਣ ਪਤਾ ਨਹੀਂ ਕਦੋਂ ਫਿਰ ਜਲੂਸ ਕਦੋਂ ਸ਼ੁਰੂ ਹੋਇਆ, ਤੇ ਜਲੂਸ ਤੋਂ ਫਿਰ ਨਗਰ ਕੀਰਤਨ ਕਦੋਂ ਲਫ਼ਜ਼ ਬਣ ਗਿਆ। ਮਤਲਬ ਇਹ ਕਿਸ ਤਰ੍ਹਾਂ ਹੁੰਦਾ ਪਤਾ, ਸ਼ਾਇਦ ਕਦੀ ਕਿਸੇ ਜ਼ਮਾਨੇ ਦੇ ਵਿੱਚ ਮੈਨੂੰ ਲੱਗਦਾ ਹੈ ਕਿਸੇ ਟਾਈਮ ਬਈ ਕਿਸੇ ਨੇ ਕੋਈ ਉਠਾਣਾ ਹੁੰਦਾ ਸੀ ਸਵੇਰੇ, ਜਾਂ ਕੋਈ ਮੈਸੇਜ ਦੇਣਾ ਹੈ, ਜਾਂ ਗੁਰਬਾਣੀ ਪੜ੍ਹਨੀ ਹੈ, ਤਾਂ ਉਹ ਘਰੋਂ 5-7 ਬੰਦੇ 10 ਬੰਦੇ ਤੁਰ ਪਏ ਕਿ ਹਾਂ ਵੀ ਅਸੀਂ ਚਲੋ ਇੱਕ ਗੁਰਬਾਣੀ ਦਾ ਮੈਸੇਜ ਦੇ ਦਈਏ। ਉਦੋਂ ਤਾਂ ਸ਼ਾਇਦ ਰੈਲੇਵੈਂਟ ਹੋਏ। ਅੱਜ ਸਾਡੇ ਕੋਲ ਇੰਟਰਨੈਟ ਮੌਜੂਦ ਹੈ, ਮੈਸੇਜ ਇੱਥੋਂ ਦੀ ਪਤਾ ਨਹੀਂ ਸਾਰੀ ਦੁਨੀਆ ਤੱਕ ਪਹੁੰਚ ਜਾਂਦਾ। ਤੇ ਜੇ ਉਹਦੀ ਲੋੜ ਵੀ ਹੈ ਤੇ ਪਰ ਉਹਦਾ ਤਰੀਕਾ ਕੀ ਹੈਗਾ ਸੀ, ਤੇ ਦੱਸਣਾ ਤੇ ਇਹ ਸੀ ਨਾ ਕਿ ਸਾਰੇ ਜਿਹੜੇ ਨੇ ਪਗੜੀਆਂ ਬੰਨ੍ਹ ਕੇ ਤੇ ਨਿਕਲਣ, ਔਰ ਗੁਰਬਾਣੀ ਦਾ ਕੀਰਤਨ ਗਾਉਂਦੇ ਨਿਕਲਣ, ਤੇ ਦੁਨੀਆ ਦੇਖੇ ਕਿ ਵੀ ਹਾਂ ਜੀ ਸਿੱਖ ਇਹੋ ਜਿਹੇ ਹੁੰਦੇ ਨੇ। ਇਹੀ ਮੈਸੇਜ ਹੈ। ਹੋਰ ਨਗਰ ਕੀਰਤਨ ਦਾ ਮਕਸਦ ਕੀ ਹੈਗਾ ਕਿ ਦੁਨੀਆ ਨੂੰ ਅਸੀਂ ਇਹ ਮੈਸੇਜ ਦੇ ਸਕੀਏ, ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਦਈਏ, ਔਰ ਦੁਨੀਆ ਦੇਖੇ ਕਿ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਹੈ, ਔਰ ਸਿੱਖ ਜਿਹੜੇ ਨੇ ਇਹਦੇ ਮੰਨਣ ਵਾਲੇ ਜਿਹੜੇ ਸਿੱਖ ਨੇ ਉਹ ਇਹੋ ਜਿਹੇ ਹੁੰਦੇ ਨੇ। ਪਰ ਜਿਹੜਾ ਨਗਰ ਕੀਰਤਨ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਟਰਾਲੀ ਤੇ ਰੱਖ ਦਿੰਦੇ ਅਸੀਂ ਬੰਦ ਕਰਕੇ, ਉਹਨੂੰ ਤੇ ਅਸੀਂ ਨਾ ਖੋਲ੍ਹਣਾ, ਨਾ ਪੜ੍ਹਨਾ, ਨਾ ਦੱਸਣਾ। ਤੇ ਜਿਹੜਾ ਅਸੀਂ ਮੈਸੇਜ ਦੁਨੀਆ ਨੂੰ ਦੇ ਕੇ ਆਉਂਦੇ ਨੇ ਸਿੱਖ ਕਿਹੋ ਜਿਹੇ ਹੁੰਦੇ ਨੇ, ਉਹ ਅਸੀਂ ਸਾਰੇ ਜਾਣਦੇ ਹਾਂ। ਅਗਲੇ ਕੀ ਕਹਿੰਦੇ ਹੁੰਦੇ ਨੇ ਸਾਡੇ ਬਾਰੇ ਨਗਰ ਕੀਰਤਨਾਂ ਤੋਂ ਬਾਅਦ। ਔਰ ਉਹੀ ਹਾਲ ਹੈ, ਇਹ ਸ਼ਬਦ ਜਿਹੜਾ ਹੈਗਾ, ਇੱਕ ਸ਼ਬਦ ਦੇ ਵਿੱਚ ਪਤਾ ਨਹੀਂ ਕਿਤਨਾ ਗਹਿਰੀਆਂ ਮੈਸੇਜ, ਮਤਲਬ ਖਜ਼ਾਨਾ ਲੁਕਿਆ ਹੋਇਆ, ਉਹ ਤੇ ਕਦੀ ਦੱਸਿਆ ਹੀ ਨਹੀਂ, ਉਹ ਖੋਲ੍ਹਿਆ ਹੀ ਨਹੀਂ। ਕਾਮ ਕ੍ਰੋਧ ਜੈ ਪਰਸੇ ਨਾਹਿਨ, ਤੈ ਕਟ ਬ੍ਰਹਮ ਨਿਵਾਸਾ। ਸੋ ਕਾਮਨਾਵਾਂ, ਕਾਮ ਕ੍ਰੋਧ ਜੈ ਪਰਸੇ, ਇਹਨੂੰ ਸੈਕਸ਼ੂਅਲ ਡਿਜ਼ਾਇਰ 'ਚ ਵੀ ਲੈਂਦੇ ਨੇ, ਔਰ ਕਾਮ ਨੂੰ ਕਾਮਨਾਵਾਂ ਦੇ ਵਿੱਚ ਵੀ, ਦੋਨਾਂ ਪਾਸੇ। ਤਾਂ ਜਿਤਨੀਆਂ ਵੀ ਇਹ ਡਿਜ਼ਾਇਰਸ ਨੇ, ਭਾਵੇਂ ਕ੍ਰੋਧ ਹੈ, ਬਿਲਕੁਲ ਮੋਮੈਂਟਰੀ ਚੀਜ਼ਾਂ ਹੈਗੀਆਂ, ਲੇਕਿਨ ਇਹਦੇ ਕਾਰਨ ਵੀ
ਕਾਮਨਾਵਾਂ ਔਰ ਜਿਹੜੀ ਸਾਡੀ ਕੋਈ ਲਫ਼ਜ਼ ਬੋਲ ਦਿੱਤਾ ਮੂੰਹ ਕ੍ਰੋਧ ਦੇ ਕਾਰਨ, ਸੜਕ ਤੇ ਜਾਂਦੇ ਬਸ 1 ਮਿੰਟ ਵੀ ਨਹੀਂ ਹੁੰਦਾ, ਕੁਝ ਸੈਕਿੰਡ ਦਾ ਫੇਰ ਹੁੰਦਾ ਕਿ ਵੀ ਗੱਡੀ ਅੱਗੇ ਕਰ ਲਈ ਪਿੱਛੇ ਕਰ ਲਈ ਨਿਕਲ ਗਏ, ਬਸ ਉਹਦੇ ਵਿੱਚ ਇੱਕ ਲਫ਼ਜ਼ ਬੋਲਿਆ ਔਰ ਕੀ ਬਣ ਜਾਂਦਾ। ਸਾਡੇ ਸੈਂਕੜੇ ਐਗਜ਼ਾਮਪਲ ਨੇ ਸਾਡੇ ਸਾਹਮਣੇ। ਸੜਕ ਤੇ ਚੱਲਦੇ ਕੋਈ ਜਾਣਦਾ ਵੀ ਨਹੀਂ ਪਛਾਣਦਾ ਵੀ ਨਹੀਂ, ਕੋਈ ਗੱਲਬਾਤ ਵੀ ਨਹੀਂ, ਕੋਈ ਲੜਾਈ ਝਗੜਾ ਨਹੀਂ, ਕਤਲ ਤੱਕ ਹੋ ਗਏ, ਐਵੇਂ ਰਾਹ ਜਾਂਦੇ। ਉਹੀ ਫਿਰ ਦੁੱਖਾਂ ਦੇ ਕਾਰਨ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਹੁਣ ਜਿੰਨੇ ਇਹ ਜੁਗਤ ਪਛਾਣੀ, ਹੁਣ ਇਹ ਜੁਗਤ ਕਿਹੜੀ ਹੈਗੀ? ਇਹ ਜੁਗਤ ਉਹੀ ਹੈਗੀ ਹੈ ਜਿਹੜੀ ਰਹਾਉ ਦੀ ਪੰਕਤੀ ਦੇ ਵਿੱਚ ਦਿੱਤੀ ਹੋਈ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਇਹ ਜੁਗਤ ਉਹ ਹੈਗੀ ਹੈ। ਗੁਰ ਕਿਰਪਾ, ਇਹ ਜਿੰਨੇ ਇਹ ਜੁਗਤ ਪਛਾਣ ਲਈ ਨਾ, ਇਹ ਗੁਰੂ ਦੀ ਕਿਰਪਾ ਹੈ। ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਹੁਣ ਪਾਣੀ ਸੰਗ ਪਾਣੀ ਦਾ ਮਤਲਬ ਹੈਗਾ ਇਹ, ਹੁਣ ਇਹ ਦੇ ਰਹੇ ਨੇ ਐਬਸੋਲੂਟ ਜਿਹੜਾ ਸੋਲੂਸ਼ਨ ਹੈਗਾ। ਪਾਣੀ ਸੰਗ ਪਾਣੀ, ਬੂੰਦ ਹੈ ਨਾ, ਜਦ ਤੱਕ ਉਹਦੀ ਆਪਣੀ ਇੱਕ ਹੋਂਦ ਹੈ, ਆਪਣੀ ਹੋਂਦ ਨੂੰ ਜਦ ਤੱਕ ਉਹ ਬਚਾ ਕੇ ਰੱਖਣਾ ਚਾਹੇ ਨਾ, ਕੁਛ ਨਹੀਂ, ਉਹ ਇਵੈਪੋਰੇਟ ਹੋ ਜਾਏਗੀ, ਮਿਟ ਜਾਏਗੀ, ਮਿੱਟੀ 'ਚ ਮਿਲ ਜਾਏਗੀ, ਧੁੱਪ ਨਾ ਉਡਾ ਦੇਗੀ। ਲੇਕਿਨ ਉਹੀ ਬੂੰਦ ਜੇ ਸਾਗਰ 'ਚ ਮਿਲ ਗਈ, ਜਾ ਕੇ ਸਮੁੰਦਰ ਹੀ ਮਿਲ ਗਿਆ ਉਹਨੂੰ। ਸੋ ਗੁਣ ਕਹੇ ਗੁਣੀ ਸਮਾਵਣੇ ਵਾਲੀ ਗੱਲ ਜਿਹੜੀ ਹੈ ਨਾ, ਉਹ ਸਾਰੀ ਜਿਹੜੀ ਗੱਲ ਹੈ ਨਾ, ਗੁਰ ਕਿਰਪਾ ਜੇ ਜੁਗਤ ਜਿਹੜੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਤੋਂ ਜੇ ਜਿਹੜੀ ਅਸੀਂ ਬੇਸਿਕ ਗੱਲ ਰੱਖੀ ਨਾ ਕਿ ਸਾਰੀ ਗੱਲ ਜਿਹੜੀ ਹੈ ਉਹ ਰੱਬੀ ਨਿਯਮ ਸਿਸਟਮ ਨੂੰ ਪਛਾਣਨ ਦੀ ਹੈ। ਪਛਾਣਨਾ ਕੀ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਨਿਯਮ ਨੂੰ ਪਛਾਣਨਾ। ਕੁਝ ਦਿਨ ਪਹਿਲੇ ਮੈਨੂੰ ਕਿਸੇ ਦਾ ਕਾਲ ਆਈ, ਤੇ ਸਾਡੇ ਬੜੇ ਉਹ ਮਹਾਨ ਕਥਾਕਾਰ ਹੈਗੇ ਨੇ, ਜਦੋਂ ਕਥਾ ਕਰਦੇ ਨੇ, ਜੋ ਹੋਆ ਹੋਵਤ ਸੋ ਜਾਣੈ, ਉਹ ਇੰਝ ਦਾ ਇੰਝ ਹੀ ਹੋਣਾ ਸੀ। ਉਹ ਕਥਾ ਇੰਝ ਕਰਦੇ ਨੇ, ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣਾ, ਇੰਝ ਦਾ ਇੰਝ ਹੋਣਾ ਹੀ ਸੀ। ਜੇ ਇੰਝ ਦਾ ਇੰਝ ਹੋਣਾ ਹੀ ਸੀ ਤੇ ਫਿਰ ਤੇ ਗੱਲ ਹੀ ਖਤਮ ਹੋ ਗਈ। ਫਿਰ ਤੇ ਅਸੀਂ ਸਾਰਾ ਇਤਿਹਾਸ ਹੀ ਸਾਈਡ 'ਤੇ ਰੱਖ ਦਈਏ ਕਿ ਬਈ ਇੰਝ ਹੋਣਾ ਹੀ ਸੀ। ਭਾਵੇਂ ਉਹ ਦਰਬਾਰ ਸਾਹਿਬ ਦਾ, ਤੇ ਭਾਵੇਂ ਉਹ ਚਮਕੌਰ ਦਾ, ਤੇ ਭਾਵੇਂ ਕੋਈ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੈ, ਹੋਣਾ ਤਾਂ ਇੰਝ ਹੋਣਾ ਹੀ ਸੀ। ਪਰ ਉਹ ਇੰਝ ਨਹੀਂ ਹੈ। ਉੱਥੇ ਹੈਗਾ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣਾ। ਪਛਾਣ ਕਰ, ਜਿੱਥੇ ਵੀ ਪਛਾਣ ਹੁਕਮ ਦੀ ਗੱਲ ਆਏਗੀ, ਪਛਾਣਾ ਹੋਏਗਾ ਜਾਂ ਬੁੱਝਣਾ ਹੋਏਗਾ। ਜੋ ਹੋਆ, ਜੋ ਹੋਇਆ ਨਾ, ਉਹ ਕਿਸ ਤਰ੍ਹਾਂ ਹੋਇਆ, ਕਿਵੇਂ ਹੋਇਆ, ਉਹਨੂੰ ਐਨਾਲਿਸਿਸ ਕਰ। ਲਾਅ ਆਫ ਨੇਚਰ ਨੂੰ ਸਮਝ, ਲਾਅ ਆਫ ਨੇਚਰ ਨੂੰ ਸਮਝ ਕੇ ਇਤਨੀ ਸਾਇੰਸ ਦੀਆਂ ਜਿਹੜੀਆਂ ਕਾਢਾਂ ਨਿਕਲ ਗਈਆਂ। ਨਿਊਟਨ ਨੇ ਜਿਹੜਾ ਲਾਅ ਆਫ ਗ੍ਰੈਵਿਟੀ, ਅਸੀਂ ਨਿਊਟਨ ਦਾ ਲਾਅ ਆਫ ਗ੍ਰੈਵਿਟੀ ਕਹਿੰਦੇ ਹਾਂ, ਉਹ ਜਿਹੜਾ ਗ੍ਰੈਵਿਟੀ ਹੈ, ਉਹ ਗ੍ਰੈਵਿਟੀ ਨਿਊਟਨ ਨੇ ਪੈਦਾ ਥੋੜ੍ਹਾ ਕੀਤੀ ਹੈ, ਉਹਨੇ ਡਿਸਕਵਰ ਕੀਤੀ ਹੈ। ਗ੍ਰੈਵਿਟੀ ਦਾ ਜਿਹੜਾ ਹੈਗਾ ਉਹਨੇ ਖੋਜ ਕੀਤੀ ਹੈ, ਗ੍ਰੈਵਿਟੀ ਬਣਾਈ ਨਹੀਂ ਹੈ। ਜੋ ਹੋਇਆ ਕੀ? ਸੇਬ ਗਿਰਿਆ, ਹੋਵਤ ਸੋ ਜਾਣੈ। ਇਹ ਹੋਇਆ ਕਿਉਂ? ਕੀ ਹੋਇਆ? ਕਿਸ ਤਰ੍ਹਾਂ ਹੋਇਆ? ਪ੍ਰਭ ਆਪਣੇ ਕਾ ਹੁਕਮ ਪਛਾਣੇ, ਉਹਨੇ ਪਛਾਣ ਕੀਤੀ, ਉਹਨੇ ਗ੍ਰੈਵਿਟੀ ਦਾ ਨਿਯਮ ਕੱਢ ਕੇ ਦੇ ਦਿੱਤਾ। ਇਹ ਨਹੀਂ ਕਿ ਜੋ ਗਿਰ ਗਿਆ ਸੋ ਗਿਰ ਗਿਆ, ਉਹ ਤਾਂ ਪਤਾ ਨਹੀਂ ਕਿੰਨੇ ਟਾਈਮ ਤੋਂ ਸੋਚ ਚਲਦੀ ਵੀ ਸੇਬ ਤੇ ਗਿਰਦਾ ਹੀ ਨਹੀਂ ਥੱਲੇ। ਪਰ ਉਹਨੇ ਇਹ ਨਹੀਂ ਸਮਝਿਆ ਕਿ ਉਹਨੇ ਕਿਉਂ ਲੱਭਿਆ। ਹੁਣ ਇਹ ਜਿਹੜੀ ਜੁਗਤ ਹੈ ਨਾ, ਉਹ ਆਈ ਹੈ ਕਿ ਜਿਹੜੀ ਅਗਰ ਮੇਰੇ ਅੰਦਰ ਕੋਈ ਪ੍ਰੋਬਲਮ ਹੈ, ਜਿਹਨੂੰ ਮੈਂ ਦੁੱਖ ਮੰਨਿਆ, ਜਿਹਨੂੰ ਮੈਂ ਤਕਲੀਫ ਕਸ਼ਟ ਝੇਲ ਰਿਹਾ, ਉਸ ਕਸ਼ਟ ਤਕਲੀਫ ਨੂੰ ਇੱਕ ਵਾਰੀ ਆਪਣੇ ਸਾਹਮਣੇ ਕੱਢ ਕੇ ਰੱਖਾਂ ਦੁੱਖ ਨੂੰ, ਕਿ ਇਹ ਹੋ ਰਿਹਾ ਤੇ ਕਿਉਂ ਹੋ ਰਿਹਾ, ਕਿਤੇ ਉਹਦਾ ਕਾਰਨ ਮੈਂ ਹੀ ਤੇ ਨਹੀਂ ਆ, ਖੁਦ ਹੀ ਤਾਂ ਨਹੀਂ ਆ। ਨਿਯਮ ਇਹਦੇ ਪਿੱਛੇ ਕੀ ਕੰਮ ਕਰ ਰਿਹਾ, ਉਸ ਨਿਯਮ ਨੂੰ ਸਮਝੇਗਾ, ਹੁਕਮ ਪਛਾਣੇਗਾ, ਸਿਸਟਮ ਨੂੰ, ਲਾਅ ਆਫ ਨੇਚਰ ਨੂੰ ਸਮਝੇਗਾ। ਫਿਰ ਨਹੀਂ ਕਹੇਗਾ ਕਿ ਜੋ ਹੋਆ ਹੋ ਸਕਦਾ, ਫਿਰ ਉਹਦੇ ਹੱਲ ਲੱਭਦਾ। ਫਿਰ ਉਹਦੀ ਡਿਸਕਵਰੀ ਸ਼ੁਰੂ ਹੁੰਦੀ ਹੈ। ਫਿਰ ਜਿਹੜੇ ਆਪਣਾ ਆਪ ਖੋਜਣਾ ਸ਼ੁਰੂ ਕਰਦਾ, ਫਿਰ ਸੈਲਫ ਇੰਟਰਸਪੈਕਸ਼ਨ 'ਚ ਜਾਂਦਾ। ਉਹ ਸੈਲਫ ਇੰਟਰਸਪੈਕਸ਼ਨ ਦੇ ਜਦੋਂ ਜਾਂਦਾ ਨਾ, ਤਾਂ ਜਿਹੜੀ ਹੈ ਜੁਗਤ ਟੈਕਨੀਕ ਆਉਂਦੀ ਹੈ। ਫਿਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਮੈਂ ਮੰਨਦਾ ਨਹੀਂ ਹੁਣ ਜੋ ਹੋ ਰਿਹਾ।
ਇਹ ਨਹੀਂ ਕਹਿ ਸਕਦਾ ਕਿ ਭਾਈ ਜੋ ਹੋ ਰਿਹਾ ਉਹ ਹੋਣਾ ਹੀ ਹੋਣਾ। ਉਹ ਤਾਂ ਸਾਡੀ ਲੇਜ਼ੀਨੈਸ ਹੋ ਜਾਏਗੀ, ਆਲਸਪਨ ਹੋ ਜਾਏਗਾ ਕਿ ਜੋ ਹੋ ਰਿਹਾ ਸੋ ਹੋ ਹੀ ਜਾ ਰਿਹਾ। ਫਿਰ ਸੋ ਇਹ ਸਾਰੀ ਜਿਹੜੀ ਹੈ ਨਾ, ਉਹ ਜਬ ਲਗ ਹੁਕਮ ਨਾ ਬੂਝਤਾ ਤਬ ਲਗ ਇਹ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਬਸ ਪਛਾਣ ਨਹੀਂ ਹੈ ਜਿਹੜੀ ਸਿਸਟਮ ਦੀ, ਲਾਅ ਆਫ ਨੇਚਰ ਦੀ, ਉਹ ਸਭ ਤੋਂ ਜ਼ਿਆਦਾ ਦੁੱਖ ਦਾ ਕਾਰਨ ਹੈ ਸਾਡਾ। ਉਹ ਜਿਤਨੀ ਵੀ ਇਹ ਸਾਡੀਆਂ ਸੁਖਮਨੀ ਸਾਹਿਬ ਅਸੀਂ ਪੜ੍ਹਦੇ ਹਾਂ, ਜਿਸ ਤਰ੍ਹਾਂ ਪਹਿਲੇ ਗੱਲ ਕੀਤੀ ਨਾ, ਬਾਣੀ ਨੂੰ ਅਸੀਂ ਕਦੀ ਗਿਆਨ ਰੂਪ ਦੇ ਵਿੱਚ ਨਹੀਂ ਵਰਤਿਆ। ਅਸੀਂ ਸਿਰਫ ਕੇਵਲ ਤੇ ਕੇਵਲ ਅਸੀਂ ਉਹਨੂੰ ਇਸ ਢੰਗ ਨਾਲ ਵਰਤ ਲਿਆ ਕਿ ਇੱਥੇ ਆਓ, ਮੱਥਾ ਟੇਕੋ, ਆਪਣੀ ਅਰਦਾਸਾਂ ਕਰੋ, ਆਪਣੀ ਡਿਮਾਂਡ ਰੱਖੋ, ਔਰ ਕੋਈ ਪੈਸਾ ਕਰਾਓ, ਗੁੱਲਕ 'ਚ ਪਾ ਦਿਓ, ਕੋਈ ਪ੍ਰਸ਼ਾਦ ਕਰਾ ਦਿਓ, ਕੋਈ ਪੱਥਰ ਲਵਾ ਦਿਓ, ਕੋਈ ਲੰਗਰ ਕਰਾ ਦਿਓ, ਤੁਹਾਡੀਆਂ ਉਹ ਚੀਜ਼ਾਂ ਪੂਰੀਆਂ ਹੋਣਗੀਆਂ। ਤੁਹਾਨੂੰ ਜੋ ਚਾਹੀਦਾ ਤੁਹਾਡੇ ਘਰ ਪਹੁੰਚ ਜਾਏਗਾ, ਤੁਸੀਂ ਕੰਮ ਲਾ ਜਾਓ ਉਹਨਾਂ ਨੂੰ। ਇਹ ਤੁਹਾਡਾ ਕਰ ਗਏ ਅਤੇ ਸਾਡਾ ਹੁਣ ਧਿਆਨ ਰੱਖਣਾ। ਔਰ ਉਸੀ ਤਰੀਕੇ ਦੇ ਨਾਲ ਹੀ ਅਸੀਂ ਉਹ ਜਿਹੜੀ ਬਾਣੀ ਹੈ ਨਾ ਸੁਖਮਨੀ ਸਾਹਿਬ ਦੀ, ਸੁੱਖਾਂ ਦੀ ਮਣੀ, ਅਸੀਂ ਸੁੱਖ ਲੱਭਦੇ ਹਾਂ ਨਾ ਉਹਦੇ 'ਚੋਂ ਜਿਹੜੀ ਉਹ ਸੁੱਖਾਂ ਦੀ ਗੱਲ ਨਹੀਂ, ਸਾਨੂੰ ਇਹੀ ਸਮਝ ਆਉਂਦੀ ਹੈ, ਸੁੱਖਾਂ ਦੀ ਇੰਨੀ ਵਾਰੀ ਪੜ੍ਹ ਲਾਂਗੇ ਤੇ ਸਾਨੂੰ ਸੁੱਖ ਮਿਲ ਜਾਣਗੇ। ਸਾਨੂੰ ਵੀ ਉਹੀ ਇਸੇ ਤਰ੍ਹਾਂ ਕਿ ਪੜ੍ਹਾਇਆ ਗਿਆ, ਸੁਖਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ। ਹੁਣ ਉਹਦੇ ਵਿੱਚ ਸਾਨੂੰ ਤਾਂ ਇਹੀ ਦੱਸਿਆ ਗਿਆ ਸੁਖਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ, ਇਹਦੇ ਪੜ੍ਹਨ ਨਾਲ ਸੁੱਖ ਮਿਲਦੇ ਨੇ। ਲੇਕਿਨ ਉਹ ਪ੍ਰਹਾਉ ਦੀ ਪੰਕਤੀ ਜਿਹੜੀ ਹੈ ਜਿਹਦੇ ਸੁੱਖ ਦੀ ਗੱਲ ਕੀਤੀ ਹੈ, ਉਹਦੇ ਸੁਖਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ, ਉਹ ਅੰਮ੍ਰਿਤ ਪ੍ਰਭ ਨਾਮ, ਅੰਮ੍ਰਿਤ ਕਿੱਥੋਂ ਪ੍ਰਾਪਤ ਹੁੰਦਾ ਹੈ? ਨਾਮ ਕੀ ਹੈ? ਸੁੱਖ ਤੇ ਉਹਦੇ ਵਿੱਚ ਹੈਗਾ, ਸੁੱਖ ਤੇ ਉਹਦੇ ਦੱਸਿਆ ਨਾ। ਇੱਥੇ ਕਿਤੇ ਲਿਖਿਆ ਕਿ ਪੜ੍ਹਨ ਨਾਲ ਸੁੱਖ ਮਿਲਦਾ? ਖਾਲੀ ਪੜ੍ਹੀ ਜਾਓ, ਸਿਰ ਮੱਥੇ ਟੇਕੀ ਜਾਓ, ਦਿਨ 'ਚ 3 ਵਾਰੀ ਸੁਖਮਨੀ ਕਰ ਲਓ, ਲੜੀਆਂ ਚਲਾ ਲਓ। ਉਹ ਚਲਾਣੀਆਂ ਮਾੜੀਆਂ ਨਹੀਂ ਨੇ, ਪੜ੍ਹਨਾ ਮਾੜਾ ਨਹੀਂ, ਲੇਕਿਨ ਪੜ੍ਹ ਕੇ ਹੁਣੇ ਗੱਲ ਕਰ ਰਹੇ ਸੀ ਨਾ, ਗੁਰਬਾਣੀ ਸਭ ਤੋਂ ਸੌਖਾ ਤਰੀਕਾ ਬਾਣੀ ਪੜ੍ਹਨ ਸਮਝਣ ਦਾ, ਸਭ ਤੋਂ ਆਸਾਨ, ਅਗਰ ਬਿਲਕੁਲ ਸਾਦੇ ਤਰੀਕੇ ਨਾਲ ਪੜ੍ਹੀਏ ਨਾ, ਸਮਝੀਏ ਇਹਨੂੰ, ਸਮਝਣਾ ਹੋਏ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਸ਼ੁਰੂ ਕਰਦੀ ਹੈ। ਔਰ ਸਹਿਜ ਪਾਠ ਜਿਤਨੀ ਟਾਈਮ ਹੈ, ਜਿਤਨੀ ਸਮਰੱਥਾ ਹੈ, ਜਿਤਨਾ ਸਾਡੇ ਕੋਲ ਹੋ ਸਕਦਾ, 1 ਪੇਜ ਕਰੀਏ, 2 ਕਰੀਏ, 4, 6, 10, ਜਿਤਨੇ ਵੀ ਕਰ ਸਕਦਾ ਕੋਈ, ਉਹਨਾਂ ਪੇਜ ਨੂੰ ਅਸੀਂ ਆਰਾਮ ਦੇ ਨਾਲ ਸਹਿਜ ਦੇ ਨਾਲ ਪੜ੍ਹਨਾ। ਸਹਿਜ ਪਾਠ ਦਾ ਮਤਲਬ ਆਰਾਮ ਦੇ ਨਾਲ ਪੜ੍ਹਨਾ ਸ਼ੁਰੂ ਕਰ ਦਈਏ। ਔਰ ਦੇਖਾਂਗੇ ਜਦੋਂ ਅਸੀਂ ਪੜ੍ਹਦੇ ਹੋਵਾਂਗੇ ਨਾ, ਆਰਾਮ ਨਾਲ, ਜਦੋਂ ਅਸੀਂ ਧਿਆਨ ਦੇ ਨਾਲ ਉਹ ਅੱਖਰ ਨੂੰ, ਸਿਰਫ ਚੱਲ ਸੋ ਚੱਲ ਵਾਲੀ ਗੱਲ ਨਾ ਹੋਵੇ, ਜਦੋਂ ਧਿਆਨ ਨਾਲ ਉਹਨੂੰ ਪੜ੍ਹਦੇ ਹੋਵਾਂਗੇ ਨਾ, ਸਾਨੂੰ ਕੋਈ ਨਾ ਕੋਈ ਐਸੀ ਉਹਦੇ ਵਿੱਚੋਂ ਲਾਈਨ, ਕੋਈ ਪੰਕਤੀ ਸਾਨੂੰ ਐਸੀ ਮਿਲੇਗੀ ਨਾ ਜਿਹੜੀ ਸਾਨੂੰ ਬੜੀ ਮਤਲਬ ਜ਼ਿਆਦਾ ਅਪੀਲ ਕਰਦੀ ਹੈ। ਵੈਸੇ ਤਾਂ ਬਾਣੀ ਸਾਰੀ ਚਲੋ ਚੰਗੀ ਹੈ, ਲੇਕਿਨ ਕੋਈ ਨਾ ਕੋਈ ਐਸੀ ਪੰਕਤੀ ਜਿਹੜੀ ਹੁੰਦੀ ਹੈ, ਉਹ ਸਾਡੇ ਕੋਲ ਖਾਸ ਉਹਨੂੰ ਲੱਗਦੀ ਹੈ ਕਿ ਬਈ ਇਹ ਕੋਈ ਸਾਡੀ ਟੱਚਿੰਗ ਹੁੰਦੀ ਹੈ, ਸਾਨੂੰ ਜਿਹੜੀ ਸਾਡੀ ਸਮਝ ਆ ਜਾਂਦੀ ਹੈ। ਉਹ ਜਿੱਥੇ ਉਹ ਸਾਨੂੰ ਸਮਝ ਆਏ ਨਾ, ਉਹਦੇ ਨਾਲ ਉਹ ਪੰਕਤੀ ਨੂੰ ਨੋਟ ਕਰ ਲਈਏ ਕਾਪੀ 'ਤੇ। 2 ਮਹੀਨੇ, 4 ਮਹੀਨੇ, 6 ਮਹੀਨੇ, ਜਦ ਤੱਕ ਸਾਡਾ ਕੰਪਲੀਟ ਹੁੰਦਾ ਨਾ, ਤੁਸੀਂ ਦੇਖਣਾ ਕਾਪੀ ਸਾਡੇ ਪੰਕਤੀਆਂ ਹੋਣਗੀਆਂ। ਉਹਨੂੰ ਅਸੀਂ ਇੱਕ ਵਾਰੀ ਪੜ੍ਹਾਂਗੇ ਨਾ, ਸਾਨੂੰ ਸਾਰੀਆਂ, ਕਈ ਵਾਰੀ ਉਹਦੀ ਟੈਕਨੀਕਸ ਵੀ ਮਿਲਦੀਆਂ ਬੜੀਆਂ, ਉਹਦੀ ਕੋਈ ਗਿਣਤੀ ਦੀ ਮਿਲ ਜਾਂਦੀ ਹੈ, ਕੋਈ ਸਿਰਲੇਖ ਮਿਲਦਾ, ਕੋਈ ਹੋਰ ਉਹਦੀ ਗੁਰਬਾਣੀ ਦੀ ਜਿਹੜੀ ਕੋਈ ਸਾਨੂੰ ਉਹਦੀ ਜਿਹੜੀ ਟੈਕਨੀਕਲ ਚੀਜ਼ ਵੀ ਮਿਲਦੀ ਹੈ, ਕੋਈ ਸਾਨੂੰ ਗ੍ਰਾਮਰ ਦੀ ਕੋਈ ਚੀਜ਼ ਮਿਲਦੀ, ਉਹਨੂੰ ਨੋਟ ਕਰ ਲਈਏ। ਉਹ ਪੂਰਾ ਜਦੋਂ ਤੱਕ ਕਰਾਂਗੇ, ਜਾਂ ਜਿਤਨੇ ਵੀ ਹਫ਼ਤੇ, 10 ਦਿਨ, 15, 20 ਦਿਨ, ਮਹੀਨੇ ਬਾਅਦ ਜਿਤਨਾ ਵੀ ਸਾਡੇ ਕੋਲ ਹੁੰਦਾ, ਉਸ ਤੋਂ ਬਾਅਦ ਉਸ ਕਾਪੀ ਨੂੰ ਅਸੀਂ ਦੇਖਾਂਗੇ ਨਾ, ਸਾਨੂੰ ਕਿਤਨੀਆਂ ਹੀ ਉਹਦੇ 'ਚੋਂ ਚੀਜ਼ਾਂ ਨਵੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ, ਆਪਣੇ ਆਪ ਸਮਝ ਆਉਣੀ ਸ਼ੁਰੂ ਹੋ ਜਾਂਦੀ। ਲੇਕਿਨ ਸੁਖਮਨੀ ਸਾਹਿਬ ਦਾ ਇਤਨੇ ਪਾਠ ਕਰਨ ਦੇ ਬਾਵਜੂਦ ਵੀ ਸਾਨੂੰ ਸੁੱਖ ਦੀ ਜਿਹੜੀ ਗੱਲ ਕੀਤੀ ਨਾ, ਉਹ ਸੁੱਖ ਕਿਤੇ ਨਜ਼ਰ ਨਹੀਂ ਆਇਆ। ਉਹਦੇ ਵਿੱਚੋਂ ਪਤਾ ਨਹੀਂ ਸੈਂਕੜੇ ਵਾਰੀ ਜਿਸ ਨੂੰ ਅਸੀਂ ਗੁਰਬਾਣੀ ਸੁਖਮਨੀ ਸਾਹਿਬ ਦੇ ਵਿੱਚੋਂ ਅਸੀਂ ਕਹਿੰਦੇ ਇਹਦੇ ਨਾਲ ਸੁੱਖ ਮਿਲਦਾ, ਕਿਤਨੀ ਜਗ੍ਹਾ ਦੇ ਉੱਤੇ ਉਹ ਸੁੱਖ ਕਿਸ ਤਰ੍ਹਾਂ ਮਿਲਦਾ ਉਹਦੀ ਜ਼ਿਕਰ ਕੀਤਾ ਹੋਇਆ ਇਸੀ ਸੁਖਮਨੀ ਸਾਹਿਬ ਦੇ ਵਿੱਚ। ਕਿਤਨੀ ਵਾਰੀ ਉਹਦੇ ਵਿੱਚ ਦੁੱਖ ਕਿਸ ਤਰ੍ਹਾਂ ਕੱਟੇ ਜਾਂਦੇ ਨੇ, ਉਹਦਾ ਜ਼ਿਕਰ ਕੀਤਾ ਹੋਇਆ, ਪਰ ਨਾ ਉਹ ਸਾਨੂੰ ਕਿਤੇ ਨਜ਼ਰ ਆਉਂਦੇ, ਨਾ ਸਾਨੂੰ ਸਮਝ ਆਉਂਦੇ। ਹੁਣ ਥੋੜਾ ਜਿਹਾ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ। 100 ਅੰਤਰ, ਇਹਨੂੰ ਬੜੇ ਆਰਾਮ ਦੇ ਨਾਲ ਸੁਣੀਏ। 100 ਅੰਤਰ 100 ਬਾਹਰ ਅਨੰਤ। ਇੱਕ ਸੋਝੀ ਆ ਰਹੀ ਹੈ ਇੱਕ ਬੰਦੇ ਨੂੰ ਕਿ ਜੋ ਉਹ ਅਕਾਲ ਪੁਰਖ ਹੈ। 100 ਅੰਤਰ 100 ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਬਹੁਤ ਸਿੰਪਲ ਭਾਸ਼ਾ, ਕੋਈ ਇਹਦੇ ਅਰਥ ਕਰਨ ਦੀ ਲੋੜ ਨਹੀਂ। ਧਰਨ ਮਾਏ ਆਗਾਸ ਪਿਆਲ, ਸਰਬ ਲੋਕ ਪੂਰਨ ਪ੍ਰਿਤਪਾਲ। ਬੰਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬਸੰਤਰ ਮਾਹੇ, 4 ਕੁੰਟ ਦੇ ਦਿਸੇ ਸਮਾਏ। ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਜੇ ਇਸ ਤਰ੍ਹਾਂ
ਇਹ ਸੋਝੀ ਆ ਜਾਏ ਸਾਰੀ ਕਿ ਘੱਟ घट में हर जूबत है, हर जगह ਇਹ विद्यमान है, ਇਹ ਸੁੱਖ ਮਿਲ ਗਿਆ। ਇਹ ਸੁੱਖ ਦੀ ਟੈਕਨੀਕ ਦੱਸੀ ਹੈ ਸੁਖਮਨੀ ਸਾਹਿਬ ਦੇ ਵਿੱਚ ਹੀ, ਲੇਕਿਨ ਇਹ ਤਾਂ ਅਸੀਂ ਕਦੀ ਲਈ ਨਹੀਂ। ਇਹ ਸੁੱਖ ਪਾਇਆ ਕਿਸ ਤਰ੍ਹਾਂ ਜਾਂਦਾ? जिस सुख को नित बाछा मीत, सो सुख साधु संग प्रीत। ਹੁਣ ਸਾਧੂ ਕੌਣ ਹੈ? ਸਾਧੂ ਦਾ ਸੰਗ ਕੀ ਹੈ? ਸਾਧੂ ਮਤਲਬ ਉਹ ਰੱਬੀ ਗੁਣ, ਉਹ ਰੱਬੀ ਗੁਣਾਂ ਦੇ ਨਾਲ ਪ੍ਰੀਤ, ਉਹਨਾਂ ਦੇ ਨਾਲ ਇੱਕ ਮਿਕਤਾ। ਇੱਕ ਨਹੀਂ ਸੈਂਕੜੇ ਐਗਜ਼ਾਮਪਲ ਸਾਨੂੰ ਮਿਲ ਜਾਂਦੇ ਨੇ ਇਹਦੇ ਵਿੱਚ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਗਨ। ਮਨ ਤਨ ਮੁਖ ਬੋਲੇ ਹਰ ਮੁਖੀ। ਹਰ ਮੁਖੀ ਕਿਹੜੀ ਹੁੰਦੀ ਹੈ ਜੀ? ਹਰ ਮੁਖੀ ਮਤਲਬ ਰੱਬ ਦੀ ਭਾਸ਼ਾ। ਮਿੱਠ ਬੋਲੜਾ ਜੀ ਅਰਥ ਸੱਜਣ ਸੁਆਮੀ ਮੋਰਾ। ਮਨ ਤਨ ਮੁਖ, ਮਨ ਤੇ ਤਨ ਤੇ ਮੁਖ ਤਿੰਨੋਂ ਚੀਜ਼ਾਂ ਬੋਲੇ ਹਰ ਮੁਖੀ, ਰੱਬ ਦੀ ਭਾਸ਼ਾ। ਸਦਾ ਸਦਾ ਜਾਨੋ ਤੇ ਸੁਖੀ। ਇਹ ਸੁੱਖ ਦੀ ਸੁੱਖ ਲੈਣ ਦੀ ਤਰੀਕਾ ਦੱਸਿਆ ਹੋਇਆ। ਇਹ ਲਾਈਨ ਕਦੀ ਸਾਡੀ ਜ਼ਹਿਨ ਦੀ ਚਾਹੀਏ ਜੋ ਸੁਖਮਨੀ ਸਾਹਿਬ ਪੜ੍ਹਦੇ ਹਾਂ। ਅਸੀਂ ਕਹਿੰਦੇ ਹਾਂ ਬਸ ਪੜ੍ਹ ਲਿਆ ਤੇ ਸੁੱਖ ਮਿਲ ਗਿਆ। ਜੈ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਹੁਣ ਹਰ ਹਰ ਜਸ ਬੜੀ ਲੰਬੀ ਇਹਦੀ ਪਰਿਭਾਸ਼ਾ ਹੈ ਵੀ। ਹਰ ਹਰ ਜਸ ਕਹਿਤ ਦੇ ਨਾਲ ਪੜ੍ਹਨ ਦੇ ਨਾਲ ਤਾਂ ਨਹੀਂ, ਖਾਲੀ ਪੜ੍ਹਨ ਦੇ ਨਾਲ ਨਹੀਂ। ਸੋ ਸੁਖਮਨੀ ਸਾਹਿਬ ਦੇ ਵਿੱਚੋਂ ਹੀ ਲੱਭਾਂਗੇ ਨਾ ਤੇ ਸਾਨੂੰ ਸੈਂਕੜੇ ਹੀ ਐਗਜ਼ਾਮਪਲ। ਜੋ ਕਿਛ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿਜ ਸੁਭਾਏ ਹੋਏ ਸੋ ਹੋਏ, ਕਰਣੇ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦਿਸਟਾਨਾ। ਜਿਸ ਉਪਜੇ ਤਿਸ ਮਾਹੇ ਸਮਾਏ। ਹੁਣੇ ਗੱਲ ਕੀਤੀ ਹੈ ਨਾ, ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਸੇਮ ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਉਹ ਸੂਖ ਨਿਧਾਨ ਉਹਨੂੰ ਬਣਿਆ। ਗੁਣ ਕਿਆ ਗੁਣੀ ਸਮਾਵਣਿਆ ਹੋਏਗਾ ਤੇ ਤਾਂ ਸੁੱਖ ਮਿਲੇਗਾ। ਪਤਾ ਨਹੀਂ ਕਿਤਨੇ ਹੀ ਐਗਜ਼ਾਮਪਲ ਸਾਨੂੰ। ਸੋ ਇਹ ਸਾਰੀਆਂ ਗੱਲਾਂ ਸਾਨੂੰ ਸਾਨੂੰ ਸੁਖਮਨੀ ਸਾਹਿਬ ਦੇ ਵਿੱਚੋਂ ਹੀ ਸਾਨੂੰ ਇਹ ਸੁੱਖ ਲੈਣ ਦੇ ਤਰੀਕੇ ਔਰ ਦੁੱਖ ਨੂੰ ਹਟਾਉਣ ਦੇ ਤਰੀਕੇ। ਘੱਟੋ ਘੱਟ ਅਸੀਂ ਟੋਟਲ ਇਸ ਤਰੀਕੇ ਦੇ ਨਾਲ ਵੀ ਗਿਣਤੀ ਕਰੀਏ ਨਾ ਤੇ ਸ਼ਾਇਦ 100 ਤੋਂ ਉੱਪਰ ਸਾਨੂੰ ਇਹ ਐਗਜ਼ਾਮਪਲ ਸਾਨੂੰ ਸੁੱਖ ਲੈਣ ਦੇ ਔਰ ਦੁੱਖ ਹਟਾਉਣ ਦੇ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਟੈਕਨੀਕ ਦੇ ਨਾਲ ਗੁਰੂ ਸਾਹਿਬ ਦੇ ਰਹੇ ਨੇ। ਪਰ ਉੱਥੇ ਸਾਨੂੰ ਬਿਲਕੁਲ ਧਿਆਨ ਨਹੀਂ ਜਾਂਦਾ। ਸਾਡਾ ਤਾਂ ਧਿਆਨ ਜਿਹੜਾ ਸਾਨੂੰ ਸਮਝਾਇਆ ਗਿਆ ਉਹ ਸਿਰਫ ਇੱਥੇ ਤੱਕ ਹੈ ਕੋਈ ਪੜ੍ਹੋ ਸੁਖਮਨੀ ਸੁਖ ਅੰਮ੍ਰਿਤ ਨਾਮ ਭਗਤ ਜਨਾ ਕੇ ਮਨ ਬਿਸਰਾਮ। ਇੰਨੀ ਵਾਰੀ ਪੜ੍ਹ ਲਓਗੇ ਤੇ ਇੰਨਾ ਸੁੱਖ ਮਿਲ ਜਾਏਗਾ। ਹੋਰ ਸਾਡੇ ਜਹਿਨ 'ਚ ਕੁਝ ਆਉਂਦਾ ਨਹੀਂ। ਸੋ ਸਾਰੀ ਅੱਜ ਜਿਹੜੀ ਗੱਲਬਾਤ ਸਾਨੂੰ ਅਸੀਂ ਜਿਹੜੀ ਕੀਤੀ ਹੈ, ਇਕਾਗਰਤਾ ਦਾ ਬਹੁਤ ਬਹੁਤ ਧੰਨਵਾਦ ਕਿ ਜਿਤਨੇ ਵੀ ਸਾਡੇ ਪ੍ਰੋਬਲਮਸ ਨੇ, ਦੁੱਖ ਨੇ, ਤਕਲੀਫਾਂ ਨੇ, ਉਹਨੂੰ ਅਸੀਂ ਥੋੜ੍ਹਾ ਜਿਹਾ ਐਨਾਲਿਸਿਸ ਕਰਕੇ ਅਸੀਂ ਸਮਝੀਏ ਤੇ ਸਾਡੇ ਆਪਣੇ ਆਪ ਦੇ ਵਿੱਚੋਂ ਅਸੀਂ ਹਟਾ ਸਕਦੇ ਹਾਂ। ਫਿਰ ਸਾਨੂੰ ਕਿਸੇ 'ਤੇ ਭਰੋਸਾ, ਕਿਸੇ 'ਤੇ ਆਸਾ ਮਨਸਾ ਵਾਲੀ ਜਿਹੜੀ ਗੱਲ ਹੈ ਉਹਨੂੰ ਹਟਾ ਕੇ ਅਸੀਂ ਆਪਣੇ ਆਪ 'ਚੋਂ ਖੁਦ ਉਹਦੇ ਕਾਬਲ ਸਾਨੂੰ ਗੁਰੂ ਸਾਹਿਬ ਬਣਾ ਰਹੇ ਕਿ ਤੂੰ ਆਪ ਇਸ ਕਾਬਲ ਹੈਗਾ ਕਿ ਇਸ ਤੋਂ ਨਿਕਲ ਸਕਦਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।